ਸਾਡੇ YouTube ਚੈਨਲ ਗਿਲ ਸਮਾਰਟ ਸਟੱਡੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਡਾਇਰੈਕਸ਼ਨ ਦਾ ਟੌਪਿਕ ਸਟਾਰਟ ਕੀਤਾ ਹੋਇਆ। ਅੱਜ ਆਪਾਂ ਪਹਿਲਾਂ ਡਾਇਰੈਕਸ਼ਨ ਦੀ ਫਸਟ ਟਾਈਪ, ਸੈਕੰਡ ਟਾਈਪ ਤੇ ਥਰਡ ਟਾਈਪ ਕਰ ਚੁੱਕੇ ਹਾਂ। ਅੱਜ ਆਪਾਂ ਡਾਇਰੈਕਸ਼ਨ ਦੀ ਟਾਈਪ ਕਰਦੇ ਹਾਂ ਜੀ 4। ਟਾਈਪ 4 ਦੇ ਵਿੱਚ ਕੀ ਹੈ ਜੀ? ਟਾਈਪ 4 ਦੇ ਵਿੱਚ ਕੀ ਹੈ ਜੀ? ਡਿਸਟੈਂਸ ਵਿਦ ਰਿਸਪੈਕਟ ਟੂ ਡਾਇਰੈਕਸ਼ਨ। ਇਹਦੇ ਵਿੱਚ ਆਪਾਂ ਨੇ ਕੀ ਪੜਨਾ, ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਨੇ ਜਿਹੜੀ ਫਸਟ ਟਾਈਪ ਕੀਤੀ ਹੈ, ਸੈਕੰਡ ਟਾਈਪ ਕੀਤੀ ਹੈ, ਥਰਡ ਟਾਈਪ ਕੀਤੀ, ਉਹਦੇ ਵਿੱਚ ਆਪਾਂ ਨੂੰ ਕਾਪੀ ਪੈਨ ਦੀ ਲੋੜ ਨਹੀਂ ਪੈਣੀ ਸੀਗੀ। ਹੁਣ ਜਿਹੜੀ ਇਹ ਵਾਲੀ ਟਾਈਪ ਆ, ਇਹਦੇ ਵਿੱਚ ਕਾਪੀ ਪੈਨ ਦੀ ਲੋੜ ਪੈਣੀ ਹੈ। ਤਾਂ ਜੋ ਤੁਹਾਨੂੰ ਦੱਸਦੇ ਵੀ ਕਾਪੀ ਤੇ ਪਹਿਲਾਂ ਨਾਲ ਲੈ ਕੇ ਬੈਠਣਾ ਅਤੇ ਜਦੋਂ ਵੀ ਕਿਤੋਂ ਕੰਟੈਂਟ ਚੀਜ਼ ਨਾ ਮਿਲਦਾ ਉਹ ਵੀ ਨਾਲ ਰੱਖਣਾ ਹੈ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਜਿਵੇਂ ਟਾਈਪ ਫਸਟ ਸੀਗੀ ਉਹਦੇ ਵਿੱਚ ਬੇਸਿੰਗ ਤੇ ਮੂਵਿੰਗ ਸੀਗੀ। ਟਾਈਪ ਸੈਕੰਡ ਸੀਗੀ ਉਹਦੇ ਵਿੱਚ ਕੀ ਸੀਗੀ ਜੀ? ਡਿਸਟੈਂਸ ਸਟਾਰਟਿੰਗ ਡਾਇਰੈਕਸ਼ਨ ਸੀਗੀ। ਤੇ ਇਸ ਤੋਂ ਬਾਅਦ ਟਾਈਪ ਥਰਡ ਐਂਗਲ ਕੀਤੀ। ਟਾਈਪ 4 ਆ ਗਈ ਡਿਸਟੈਂਸ ਵਿਦ ਰਿਸਪੈਕਟ ਟੂ ਡਾਇਰੈਕਸ਼ਨ। ਇਹਦੇ ਵਿੱਚ ਆਪਾਂ ਨੂੰ ਡਾਇਗਰਾਮ ਦੀ ਕੀ ਪੂਜੀ ਲੋੜ ਪਊਗੀ। ਠੀਕ ਹੈ, ਇਹਦੇ ਵਿੱਚ ਆਪਣੇ ਕੋਲੇ ਕੀ ਹੋਊਗਾ, ਉਹਨੇ ਦੱਸਿਆ ਹੋਊਗੀ ਉਹ ਲੈਫਟ ਗਿਆ, ਰਾਈਟ ਗਿਆ, ਫਿਰ ਐਂਡ ਤੇ ਜਾ ਕੇ ਕੀ ਪੁੱਛੋ ਉਹ ਵੀ ਸਟਾਰਟਿੰਗ ਡਾਇਰੈਕਸ਼ਨ ਤੋਂ ਉਹ ਕਿੰਨੀ ਦੂਰ ਖੜਿਆ ਹੈਗਾ, ਵੀ ਸਟਾਰਟਿੰਗ ਡਾਇਰੈਕਸ਼ਨ ਤੋਂ ਉਹ ਕਿੰਨੀ ਦੂਰ ਖੜਿਆ। ਤੇ ਹੁਣ ਆਪਾਂ ਜਿਹੜੇ ਸਮ ਇਹ ਆਪਾਂ ਜਿਹੜੀ ਟਾਈਪ ਆ ਇਹ ਆਪਾਂ ਸਮ ਦੇ ਨਾਲ ਸਮਝਦੇ ਆ। ਜਿਵੇਂ ਆਪਣੇ ਕੋਲ ਫਸਟ ਸਮ ਹੈ ਜੀ। ਫਸਟ ਸਮ ਕੀ ਹੈ? ਠੀਕ ਹੈ ਜੀ, ਆਪਾਂ ਸਮਝਦੇ ਹਾਂ ਜੀ ਹੁਣ ਇਹ ਜਿਹੜੀ ਟਾਈਪ ਆਪਣੇ ਕੋਲੇ ਫੋਰਥ ਟਾਈਪ ਆ, ਇਹਨੂੰ ਆਪਾਂ ਕਾਹਦੇ ਨਾਲ ਸਮਝਦੇ ਹਾਂ ਜੀ? ਇੱਕ ਸਟੇਟਮੈਂਟ ਆਪਾਂ ਲਿਖ ਲਈਏ ਤੇ ਇਹਦੇ ਮੁਤਾਬਕ ਆਪਾਂ ਸਵਾਲ ਦੇ ਮੁਤਾਬਕ ਕੀ ਜੀ ਆਪਾਂ ਇਹਨੂੰ ਸਮਝਦੇ ਹਾਂ। ਕੀ ਕਹਿੰਦਾ ਜੀ? ਕਹਿੰਦਾ ਇਹ ਮੈਨ ਗੋਇੰਗ ਟੂਵਰਡਸ ਈਸਟ ਆਫਟਰ ਵਾਕਿੰਗ 100 ਮੀਟਰ। ਠੀਕ ਹੈ ਜੀ, ਇੱਕ ਵਿਅਕਤੀ ਹੈ ਉਹ ਕੀ ਕਰਦਾ ਜੀ? ਈਸਟ ਵੱਲ ਨੂੰ ਜਾਂਦਾ ਜੀ। ਠੀਕ ਹੈ ਜੀ, ਆਫਟਰ ਵਾਕਿੰਗ 100 ਮੀਟਰ, ਉਹ 100 ਈਸਟ ਵੱਲ ਨੂੰ ਗਏ ਜੀ, 100 ਮੀਟਰ ਜਾਂਦਾ। He turns to his left, ਫਿਰ ਕੀ ਕਰਦੇ ਆਪਣੇ ਲੈਫਟ ਵੱਲ ਨੂੰ ਮੁੜ ਜਾਂਦਾ, ਆਪਣੇ ਖੱਬੇ ਨੂੰ ਮੁੜ ਜਾਂਦਾ। and walks 25 ਮੀਟਰ ਅਗੇਨ, ਤੇ ਖੱਬਾ ਮੁੜ ਕੇ ਫਿਰ 25 ਮੀਟਰ ਕੀ ਹੈ ਜੀ ਉਹ ਅੱਗੇ ਜਾਂਦਾ। ਤਾਂ he turns to his left, ਤੇ ਫਿਰ 25 ਮੀਟਰ ਅੱਗੇ ਜਾ ਕੇ ਉਹ ਆਪਣਾ ਫਿਰ ਕੀ ਹੈ ਜੀ ਖੱਬਾ ਮੁੜ ਜਾਂਦਾ। and walks 45 ਮੀਟਰ, ਫਿਰ ਅੱਗੇ ਜਾ ਕੇ ਕੀ ਹੈ ਜੀ ਉਹ 45 ਮੀਟਰ ਕੀ ਹੈ ਜੀ ਦੂਰੀ ਹੋਰ ਤੈਅ ਕਰਦਾ। ਤਾਂ and finally turns to his left, ਉਹ ਫਿਰ ਆਪਣਾ ਖੱਬਾ ਮੁੜ ਜਾਂਦਾ। and he walks 25 ਮੀਟਰ, ਤਾਂ 25 ਮੀਟਰ ਹੋਰ ਦੂਰੀ ਤੈਅ ਕਰਦਾ। ਤਾਂ ਹੁਣ ਇਹਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਸਵਾਲ ਕੀ ਬਣਦਾ ਹੈ, ਇਹਦੇ ਵਿੱਚ ਚੌਥੀ ਟਾਈਪ ਦੇ ਵਿੱਚ ਕੀ ਬਣਦਾ ਹੈ? ਕਹਿੰਦਾ ਹਾਊ ਫਾਰ ਇਨ ਵਿਚ ਡਾਇਰੈਕਸ਼ਨ ਇਜ਼ ਹੀ ਫਰੋਮ ਦੀ ਸਟਾਰਟਿੰਗ ਪੁਆਇੰਟ। ਕਹਿੰਦਾ ਹਾਊ ਫਾਰ, ਇੱਕ ਤਾਂ ਕਹਿੰਦਾ ਉਹ ਸਟਾਰਟਿੰਗ ਪੁਆਇੰਟ ਤੋਂ ਕਿੰਨੀ ਦੂਰ ਹੈ। ਠੀਕ ਹੈ, ਤੇ ਸਟਾਰਟਿੰਗ ਪੁਆਇੰਟ ਤੋਂ ਜਾ ਵੀ ਕਿੱਧਰ ਨੂੰ ਰਿਹਾ, ਸਟਾਰਟਿੰਗ ਪੁਆਇੰਟ ਤੋਂ ਦੱਸਣਾ। ਤਾਂ ਹੁਣ ਇਹ ਜਿਹੜਾ ਸਵਾਲ ਤੁਹਾਨੂੰ ਪਤਾ ਹੀ ਬਿਨਾਂ ਡਾਇਗਰਾਮ ਤੋਂ ਸੋਲਵ ਨਹੀਂ ਹੋਣਾ। ਕਿਵੇਂ ਕਰਨਾ ਜੀ ਆਪਾਂ ਨੇ? ਤੁਹਾਨੂੰ ਪਤਾ ਹੈ, ਕਹਿੰਦਾ ਇਹ ਮੈਨ ਗੋਇੰਗ ਟੂਵਰਡਸ ਈਸਟ, ਕੋਈ ਵਿਅਕਤੀ ਹੈ, ਜਿਹੜਾ ਵਿਅਕਤੀ ਹੈ ਉਹ ਈਸਟ ਵੱਲ ਨੂੰ ਜਾ ਰਿਹਾ ਹੈ। ਗੋਇੰਗ ਟੂ ਈਸਟ, ਈਸਟ ਵੱਲ ਨੂੰ ਜਾ ਰਿਹਾ ਜੀ। ਕਿੰਨਾ ਵਾਕਿਆ ਜੀ ਉਹ 100 ਮੀਟਰ। ਠੀਕ ਹੈ, ਹੀ ਟਰਨਸ ਟੂ ਹਿਸ ਲੈਫਟ। ਹੁਣ ਤੁਹਾਨੂੰ ਦੱਸਿਆ ਸੀਗਾ ਲੈਫਟ ਤੇ ਰਾਈਟ ਵੀ ਦੱਸਿਆ ਸੀਗਾ। ਐਂਟੀ ਕਲੌਕ ਕੀ ਹੋਊਗਾ? ਐਂਟੀ ਕਲੌਕ ਤਾਂ ਹੋਊ ਜੀ ਉਹ ਚੀਜ਼ ਦਾ ਜਿਹੜਾ ਐਂਟੀ ਕਲੌਕ ਆ ਉਹ ਕੀ ਹੋਊ ਜੀ ਲੈਫਟ ਹੋਊਗਾ, ਤੇ ਕਲੌਕਵਾਈਜ਼ ਨੂੰ ਰਾਈਟ ਹੋਊਗਾ। ਤਾਂ ਆਪਾਂ ਇਹਦੇ ਕੀ ਜਿਹੜਾ ਐਂਟੀ ਕਲੌਕ ਮੋੜ ਦੇਣਾ, ਜਾਂ ਆਪਣਾ ਕਹਿ ਲਓ ਆਪਾਂ ਵੀ ਤੁਰ ਪਏ ਤਾਂ ਫਿਰ ਆਪਾਂ ਇੱਧਰ ਨੂੰ ਮੁੜ ਪਏ। ਤਾਂ ਇੱਧਰ ਨੂੰ ਮੁੜ ਕੇ ਲੈਫਟ ਮੁੜ ਕੇ ਕਿੰਨਾ ਵਾ ਕਹਿੰਦਾ ਜੀ 25 ਮੀਟਰ, 25 ਮੀਟਰ। ਠੀਕ ਹੈ ਜੀ, 25 ਮੀਟਰ ਗਿਆ। ਅਗੇਨ ਹੀ ਟਰਨਸ ਟੂ ਹਿਸ ਲੈਫਟ, ਉਹ ਫਿਰ ਆਪਣਾ ਕੀ ਜੀ ਖੱਬਾ ਮੁੜ ਜਾਂਦਾ। ਉਹ ਫਿਰ ਆਪਣਾ ਖੱਬਾ ਕਿੱਧਰ ਨੂੰ ਮੁੜੂਗਾ? ਹੁਣ ਜੇ ਆਪਾਂ ਦੀ ਕਲੌਕਵਾਈਜ਼ ਗੱਲ ਕਰੀ ਤਾਂ ਇੱਧਰ ਬਣੂਗਾ। ਐਂਟੀ ਕਲੌਕ ਕੀ ਹੈ ਜੀ ਇੱਧਰ ਨੂੰ ਬਣੂਗਾ। ਕਿੰਨਾ ਜਾਂਦਾ ਜੀ? ਐਂਡ ਅਗੇਨ ਹੀ ਟਰਨਸ ਟੂ ਹਿਸ ਲੈਫਟ ਐਂਡ ਵਾਕਸ 45 ਮੀਟਰ। ਤਾਂ 45 ਮੀਟਰ ਕੀ ਹੈ ਜੀ ਹੋਰ ਦੂਰੀ ਤੈਅ ਕਰਦਾ। 45 ਮੀਟਰ ਦੂਰੀ ਕੀ ਹੈ ਜੀ ਹੋਰ ਤੈਅ ਕਰਦਾ ਉਹ। ਐਂਡ ਫਾਈਨਲੀ ਟਰਨਸ ਹਿਸ ਲੈਫਟ, ਉਹ ਆਪਣਾ ਫਿਰ ਲੈਫਟ ਮੁੜ ਜਾਂਦਾ। ਤਾਂ ਫਿਰ ਕੀ ਹੈ ਜੀ ਆਪਣਾ ਫਿਰ ਜਦੋਂ ਲੈਫਟ ਮੁੜ ਜਾਂਦਾ ਤਾਂ ਕਿੰਨੀ ਦੂਰੀ ਤੈਅ ਕਰਦਾ ਜੀ ਉਹ 25 ਮੀਟਰ। ਐਨੀ ਜਿੰਨੀ 25 ਦੂਰੀ ਬਣੀ ਸੀ ਉਨੀ ਦੂਰੀ ਬਣੂ ਨਾ। ਤਾਂ ਕੀ ਹੋਊਗੀ ਜੀ ਇਹ ਵੀ ਕਿੰਨੀ ਹੈਗੀ ਜੀ 25 ਮੀਟਰ। ਠੀਕ ਹੈ ਜੀ, ਤਾਂ ਹੁਣ ਜਿਹੜੀ ਆਪਣੇ ਕੋਲੇ ਜਿੰਨਾ ਉਹਨੇ ਸਵਾਲ ਆਪਾਂ ਨੂੰ ਦੱਸਿਆ ਸੀ ਵੀ ਉਹ ਇੱਧਰ ਗਏ ਜਿੰਨੀ ਉਹਨੇ ਆਪਾਂ ਨੂੰ ਸਟੇਟਮੈਂਟ ਦਿੱਤੀ ਸੀ ਉਹ ਆਪਾਂ ਉਹਦੇ ਮੁਤਾਬਕ ਕੀ ਹੈ ਜੀ ਡਾਇਗਰਾਮ ਕੀ ਕਰ ਲਈ ਜੀ ਡਰਾ ਕਰ ਲਈ ਹੈ। ਹੁਣ ਉਹ ਦੋ ਚੀਜ਼ਾਂ ਪੁੱਛ ਰਿਹਾ, ਕਹਿੰਦਾ ਹਾਊ ਫਾਰ ਇਨ ਵਿਚ ਡਾਇਰੈਕਸ਼ਨ ਇਜ਼ ਹੀ ਫਰੋਮ ਦੀ ਸਟਾਰਟਿੰਗ ਪੁਆਇੰਟ। ਹਾਊ ਫਾਰ ਮਤਲਬ ਕਿੰਨੀ ਦੂਰ ਹੈ, ਇਨ ਵਿਚ ਡਾਇਰੈਕਸ਼ਨ ਕਿਹੜੀ ਡਾਇਰੈਕਸ਼ਨ 'ਚ ਹੈ, ਕਿੰਨੀ ਦੂਰ ਹੈ ਤੇ ਕਿਹੜੀ ਡਾਇਰੈਕਸ਼ਨ 'ਚ ਹੈ। ਇਜ਼ ਹੀ ਫਰੋਮ ਦੀ ਸਟਾਰਟਿੰਗ ਪੁਆਇੰਟ, ਉਹਦਾ ਸਟਾਰਟਿੰਗ ਪੁਆਇੰਟ ਕਿਹੜਾ ਸੀਗਾ ਜੀ ਮੰਨ ਕੇ ਚੱਲੋ ਸਟਾਰਟਿੰਗ ਪੁਆਇੰਟ A ਲੈ ਲਓ, ਤੇ ਜਿਹੜਾ ਉਹਦਾ ਫਾਈਨਲ ਪੁਆਇੰਟ ਕੀ ਹੈਗਾ ਜੀ B ਆ ਗਿਆ। A ਤੋਂ B ਦੀ ਦੂਰੀ ਕਿੰਨੀ ਹੈ? A ਤੋਂ B ਦੀ ਦੂਰੀ ਕਿੰਨੀ ਹੈ? ਹੁਣ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਕਿ ਇਹ ਨਾ ਕਰ ਦਿਓ
ਵੀ 100 ਇੱਥੋਂ ਗਿਆ, 100 ਤੇ 25 125 ਇਹ ਹੋ ਗਏ, 25 ਆ ਪਾ ਦੋ ਵਿੱਚ, 45 ਆ ਪਾ ਦੋ। ਨਹੀਂ, ਇਹ ਨਹੀਂ ਕਰਨਾ ਆਪਾਂ ਨੇ ਦੱਸਣਾ ਵੀ ਹੁਣ ਕਿੰਨੀ ਦੂਰ, ਕਿਉਂਕਿ ਘੁੰਮ ਘੁਮਾ ਕੇ ਕਿਤੇ ਨਾ ਕਿਤੇ ਜਾ ਕੇ ਨੇੜੇ ਕੀ ਹੈ ਜੀ, ਉਹ A ਦੇ ਨੇੜੇ B ਕੀ ਹੈ, ਇਹ ਜਿਹੜਾ B ਪੁਆਇੰਟ ਆ ਉਹ A ਦੇ ਨੇੜੇ ਕਿਤੇ ਨਾ ਕਿਤੇ ਆ ਗਿਆ। ਤਾਂ ਹੁਣ ਬਸ ਆਪਾਂ ਨੇ ਇੰਨੀ ਦੂਰੀ ਦੱਸਣੀ ਹੈ, ਸਿਰਫ ਤੇ ਸਿਰਫ ਇੰਨੀ ਦੱਸਣੀ ਹੈ, ਤੇ ਇਹ ਵੀ ਦੱਸਣਾ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਹੋ ਜਾ। ਹੁਣ ਆਪਾਂ ਜਦੋਂ ਸਟਾਰਟਿੰਗ ਪੁਆਇੰਟ ਤੋਂ ਦੱਸਣਾ ਹੋਵੇ ਨਾ, ਤਾਂ ਉਧਰ ਨੂੰ ਕੀ ਕਰ ਦੋ, ਐਰੋ ਲਾ ਦੋ। ਉਧਰ ਨੂੰ ਕੀ ਕਰਤਾ ਮੈਂ, ਤੀਰ ਲਾਤਾ। ਇੱਕ ਤਾਂ ਤੀਰ ਦੀ ਜਿਹੜੀ ਡਾਇਰੈਕਸ਼ਨ ਹੈ, ਇਹ ਤੀਰ ਦੀ ਡਾਇਰੈਕਸ਼ਨ ਕਿਹੜੀ ਹੈ ਜੀ, ਈਸਟ ਹੈ। ਤਾਂ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਉਧਰ ਹੈ ਜੀ, ਉਹ ਈਸਟ ਚ ਹੈ। ਹੁਣ ਕੀ ਇੱਕ ਚੀਜ਼ ਹੋਰ ਦੇਖੋ, ਤਾਂ ਦੇਖੋ 45 ਮੀਟਰ ਹੀ ਇੰਨਾ ਬਣਦਾ ਹੈ। 45 ਮੀਟਰ ਜੇ ਆ ਹੋ ਗਿਆ ਤਾਂ 45 ਕਿੰਨਾ ਹੋ ਜੂ, ਇਹ ਹੋ ਜੂ, ਤਾਂ ਇੰਨੀ ਡਿਸਟੈਂਸ ਨਿਕਲ ਹੋਗੀ। ਤਾਂ 100 ਦੇ ਵਿੱਚੋਂ ਮੈਂ ਕੀ ਕਰ ਦੂੰਗਾ ਜੀ, 45 ਘਟਾ ਦੂੰਗਾ, ਤਾਂ ਕਿੰਨੀ ਹੈ ਜੀ, 55 ਮੀਟਰ। ਤਾਂ ਆਨਸਰ ਕੀ ਆ ਗਿਆ ਜੀ, 55 ਮੀਟਰ ਈਸਟ। ਆਨਸਰ ਕੀ ਹੋਊਗੀ ਜਿੱਥੇ 55 ਮੀਟਰ ਈਸਟ। ਤਾਂ ਮੇਰਾ ਕੀ ਹੈ ਜੀ, ਆਨਸਰ ਆ ਗਿਆ। ਤੇ ਹੁਣ ਆਪਾਂ ਇਸੇ ਟੌਪਿਕ ਦੇ ਨਾਲ ਇਹੀ ਜਿਹੜਾ ਟੌਪਿਕ ਆ ਡਿਸਟੈਂਸ ਵਿਦ ਰਿਸਪੈਕਟ ਟੂ ਡਾਇਰੈਕਸ਼ਨ, ਇਹਦੇ ਨਾਲ ਰਿਲੇਟਡ ਆਪਾਂ 2-4 ਸਵਾਲ ਹੋਰ ਦੇਖਦੇ ਹਾਂ ਅਲੱਗ-ਅਲੱਗ ਟਾਈਪਸ ਦੇ। ਇਹ ਪਰਸਨ walks 1 ਕਿਲੋਮੀਟਰ ਟੂਵਰਡਸ ਈਸਟ। ਕੋਈ ਵਿਅਕਤੀ ਹੈ ਜੀ 1 ਕਿਲੋਮੀਟਰ ਦੀ ਜੀ ਈਸਟ ਵੱਲ ਜਾਂਦਾ, ਦੈਨ ਹੀ ਟਰਨਸ ਸਾਊਥ। ਤੇ 1 ਕਿਲੋਮੀਟਰ ਈਸਟ ਵੱਲ ਜਾ ਕੇ, ਮਤਲਬ 1 ਕਿਲੋਮੀਟਰ ਪੂਰਬ ਵੱਲ ਜਾ ਕੇ ਹੀ ਟਰਨਸ ਸਾਊਥ, ਤੇ ਫਿਰ ਕੀ ਜੋ ਦੱਖਣ ਵੱਲ ਨੂੰ ਮੁੜ ਜਾਂਦਾ, ਐਂਡ ਵਾਕਸ 5 ਕਿਲੋਮੀਟਰ। ਤਾਂ ਦੱਖਣ ਵੱਲ ਕੀ ਹੈ ਜੀ, 5 ਕਿਲੋਮੀਟਰ ਕੀ ਜੀ ਉਹ ਤੁਰਦਾ ਹੈ। ਤਾਂ ਐਂਡ ਦੈਨ ਅਗੇਨ ਹੀ ਟਰਨਸ ਟੂਵਰਡਸ ਈਸਟ। ਤਾਂ ਫਿਰ ਕੀ ਜੀ ਉਹ ਈਸਟ ਵੱਲ ਨੂੰ ਵਗ ਜਾਂਦਾ ਹੈ, ਐਂਡ ਹੀ ਵਾਕਸ 2 ਕਿਲੋਮੀਟਰ। ਤੇ ਫਿਰ ਕੀ ਜੀ 2 ਕਿਲੋਮੀਟਰ ਦੀ ਕੀ ਕਰਦਾ ਜੀ ਉਹ ਫਿਰ ਤੁਰਦਾ ਹੈ, ਐਂਡ ਫਾਈਨਲੀ ਹੀ ਟਰਨਸ ਟੂਵਰਡਸ ਨਾਰਥ। ਐਂਡ ਫਾਈਨਲੀ ਅਤੇ ਅੰਤ ਦੇ ਵਿੱਚ ਹੀ ਟਰਨਸ ਟੂਵਰਡਸ ਨਾਰਥ, ਅੰਤ ਦੇ ਵਿੱਚ ਕੀ ਜੀ ਉਹ ਉੱਤਰ ਵੱਲ ਨੂੰ ਵਗ ਜਾਂਦਾ ਹੈ, ਐਂਡ ਵਾਕਸ 9 ਕਿਲੋਮੀਟਰ। ਤਾਂ ਕੀ ਹੈ ਜੀ ਉਹ 9 ਕਿਲੋਮੀਟਰ ਕੀ ਹੈ ਜੀ ਹੋਰ ਤੁਰਦਾ ਹੈ। ਤਾਂ ਨਾਓ ਹਾਊ ਫਾਰ ਐਂਡ ਇਨ ਵਿਚ ਡਾਇਰੈਕਸ਼ਨ ਇਜ਼ ਹੀ ਫਰੋਮ ਸਟਾਰਟਿੰਗ ਪੁਆਇੰਟ। ਅਤੇ ਹੁਣ ਉਹ ਸਟਾਰਟਿੰਗ ਪੁਆਇੰਟ ਤੋਂ ਨਾਓ ਹਾਊ ਫਾਰ ਐਂਡ ਇਨ ਵਿਚ ਡਾਇਰੈਕਸ਼ਨ, ਉਹ ਹੁਣ ਸਟਾਰਟਿੰਗ ਪੁਆਇੰਟ ਤੋਂ ਕਿੰਨੀ ਦੂਰ ਹੈ ਅਤੇ ਕਿਹੜੀ ਦਿਸ਼ਾ ਦੇ ਵਿੱਚ ਹੈ। ਜੋ ਪਹਿਲਾ ਸਵਾਲ ਸੀਗਾ ਹੈ, ਇਹਦੇ ਵਿੱਚ ਸਵਾਲ ਇਹਨੇ ਹਰ ਇੱਕ ਦੇ ਵਿੱਚ ਇਹੀ ਪੁੱਛਣਾ ਹੈ, ਪਰ ਕੀ ਹੈ ਟੈਪਸ ਅਲੱਗ-ਅਲੱਗ ਨੇ। ਪਹਿਲੇ ਦੇ ਵਿੱਚ ਉਹ ਲੈਫਟ ਕਰ ਰਿਹਾ ਸੀ, ਰਾਈਟ ਕਹਿ ਰਿਹਾ ਸੀਗਾ, ਇਹਦੇ ਵਿੱਚ ਕੀ ਕਰ ਰਿਹਾ ਜੀ ਉਹ, ਇਹਦੇ ਵਿੱਚ ਉਹ ਕਹਿ ਰਿਹਾ ਜੀ ਸਾਊਥ ਈਸਟ। ਹੁਣ ਉਹ ਚੀਜ਼ਾਂ ਤੇ ਉਲਝ ਜਾਣਾ। ਪਹਿਲਾਂ ਕੀ ਹੈ ਜੀ, ਪਹਿਲਾਂ ਕੀ ਕਰਦਾ ਜੀ ਉਹ ਈਸਟ ਵੱਲ ਨੂੰ ਜਾਂਦਾ ਹੈ। ਈਸਟ ਤੁਹਾਨੂੰ ਪਤਾ ਈਸਟ ਵੱਲ ਨੂੰ ਜਾਂਦਾ ਕਿੰਨਾ ਜੀ 1 ਕਿਲੋਮੀਟਰ। ਈਸਟ ਇੱਧਰ ਨੂੰ ਹੋ ਜੀ, ਇੱਧਰ ਨੂੰ ਹੋ ਨਾ, ਤਾਂ ਫਿਰ ਕਿੰਨਾ ਵਗ ਗਿਆ ਜੀ ਉਹ 1 ਕਿਲੋਮੀਟਰ। ਫਿਰ ਕੀ ਕਰਦਾ ਜੀ ਉਹ ਸਾਊਥ ਐਂਡ ਟਰਨ ਸਾਊਥ, ਕੀ ਹੈ ਜੀ ਸਾਊਥ ਵੱਲ ਨੂੰ ਜਾਂਦਾ ਕਿੰਨਾ ਜੀ 5 ਕਿਲੋਮੀਟਰ। 5 ਕਿਲੋਮੀਟਰ ਵਗ ਗਿਆ ਜੀ ਸਾਊਥ ਵੱਲ ਨੂੰ, ਐਂਡ ਵਗ ਗਿਆ ਜੀ, ਐਂਡ ਹੀ ਟਰਨਸ ਟੂਵਰਡਸ ਈਸਟ। ਹੁਣ ਇੱਥੋਂ ਦਾ ਈਸਟ ਕੱਢਣਾ ਆਪਾਂ ਨੇ, ਕਿਤੇ ਸਾਊਥ ਵੱਲ ਹੋਰ ਕਿਤੇ ਹੋਰ ਚੀਜ਼ਾਂ ਚੱਲਣ ਦੀ। ਹੁਣ ਇੱਥੋਂ ਦਾ ਸਾਊਥ ਕਿੱਧਰ ਨੂੰ ਹੋਵੇ ਜੀ, ਇੱਧਰ ਨਹੀਂ ਹੋਊਗਾ ਨਾ। ਜਾਂਦਾ ਕਿੰਨਾ ਜੀ ਐਂਡ ਟੂਵਰਡਸ ਈਸਟ, ਐਂਡ ਹੀ ਵਾਕਸ 2 ਕਿਲੋਮੀਟਰ। ਤਾਂ ਕੀ ਕਰਦਾ ਜੀ ਉਹ 2 ਕਿਲੋਮੀਟਰ ਦੀ ਦੂਰੀ ਕੀ ਕਰਦਾ ਜੀ ਤੈਅ ਕਰ ਲੈਂਦਾ, ਬਾਹਲਾ ਹੋ ਗਿਆ ਸੀ 2 ਕਿਲੋਮੀਟਰ। 2 ਕਿਲੋਮੀਟਰ ਜਾਂਦਾ ਜੀ ਐਂਡ ਟੂਵਰਡਸ ਨਾਰਥ। ਤਾਂ ਫਿਰ ਕੀ ਕਰਦੇ ਨਾਰਥ ਵੱਲ ਨੂੰ, ਤਾਂ ਤੁਹਾਨੂੰ ਪਤਾ ਨਾਰਥ ਕੀ ਹੁੰਦਾ ਜੀ ਉੱਤਰ ਕੀ ਜੀ ਉੱਪਰ ਨੂੰ ਹੋਵੇਗਾ। ਤਾਂ ਫਿਰ ਕਿੰਨਾ ਕਰਦਾ ਜੀ ਉਹ 9 ਕਿਲੋਮੀਟਰ। 9 ਕਿਲੋਮੀਟਰ ਦੀ ਡਿਸਟੈਂਸ ਕੀ ਹੈ ਜੀ ਹੋਰ ਤੈਅ ਕਰਦਾ ਹੈ। ਠੀਕ ਹੈ ਜੀ। ਨਾਓ ਹਾਊ ਫਾਰ, ਹੁਣ ਉਹ ਕਿੰਨਾ ਦੂਰ ਹੈ, ਐਂਡ ਇਨ ਵਿਚ ਡਾਇਰੈਕਸ਼ਨ ਇਜ਼ ਹੀ ਫਰੋਮ ਸਟਾਰਟਿੰਗ ਪੁਆਇੰਟ। ਸਟਾਰਟਿੰਗ ਪੁਆਇੰਟ ਤੋਂ ਕਿੰਨੀ ਦੂਰ ਹੈ ਅਤੇ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਦਿਸ਼ਾ ਦੇ ਵਿੱਚ ਹੈ। ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਪਿਛਲੇ ਸਵਾਲ ਦੇ ਵਿੱਚ ਵੀ ਦੱਸਿਆ ਸੀ ਵੀ ਕਿਤੇ ਇਹਨਾਂ ਦਾ ਜੋੜ ਗਾਉਣ ਨਾ ਵੇਜੋ। ਹੁਣ ਆਪਾਂ ਨੇ ਇੰਨੀ ਚੀਜ਼ ਕੱਢਣੀ ਹੈ, ਆਹ ਵਾਲੀ ਚੀਜ਼। ਹੁਣ ਆਪਾਂ ਨੇ ਕੀ ਹੈ ਜੀ ਇੱਥੋਂ ਲੈ ਕੇ ਇੱਥੋਂ ਤੱਕ ਕੱਢਣੀ ਹੈ। ਹੁਣ ਜੇ ਆਪਾਂ ਸਿੱਧਾ ਪਹਿਲਾਂ ਪਿੱਛੇ ਦਾ ਪਿਛਲੇ ਸਵਾਲ 'ਚ ਕੀਤਾ ਸੀਗਾ ਉਹ ਇੱਕੋ ਲਾਈਨ ਤੇ ਆ ਗਈ ਸੀ, ਉਹ ਚੋਂ ਘਟਾਤਾ ਸੀਗਾ। ਇੱਥੇ ਹੁਣ ਆਪਾਂ ਕਿਹੜੀ ਥਿਓਰਮ ਲੱਗੂ ਜੀ ਪਾਇਥਾਗੋਰਸ। ਪਾਇਥਾਗੋਰਸ ਥਿਓਰਮ ਕਿਹੜੀ ਹੁੰਦੀ ਹੈ ਜੀ, ਕਰਮ ਦਾ ਸਕੁਆਇਰ ਇਜ਼ ਇਕੁਅਲ ਟੂ ਲੰਬ ਸਕੁਆਇਰ ਪਲੱਸ ਆਧਾਰ ਸਕੁਆਇਰ। ਉਹ ਆਪਾਂ ਦੱਸਦੇ ਕੀ ਹੁੰਦੀ ਹੈ। ਤਾਂ ਇੱਕ ਚੀਜ਼ ਹੋਰ ਦੇਖੋ, ਹੁਣ ਕਰਮ ਦਾ ਸਕੁਆਇਰ ਲਾਉਣ ਦੇ ਲਈ ਆਪਾਂ ਨੂੰ ਕੀ ਹੈ ਜੀ ਇੱਕ ਕੀ ਜੀ 90 ਡਿਗਰੀ ਦਾ ਕੋਣ ਚਾਹੀਦਾ। 90 ਡਿਗਰੀ ਦਾ ਕੋਣ ਨਹੀਂ ਬਣ ਰਿਹਾ ਤਾਂ ਆਪਦੇ ਕੋਲ ਬਣਾ ਲਓ। ਠੀਕ ਹੈ ਜੀ, ਆਹ ਚੀਜ਼ ਆ। ਹੁਣ ਆਪਾਂ ਇੰਨੀ ਇਹਨੂੰ ਸੋਲਵ ਕਰਨਾ, ਤਾਂ ਆਪਾਂ ਸਾਈਡ ਤੇ ਕਰ
ਇੱਕ ਤਾਂ ਦੇਖੋ ਆ ਇੰਨੀ ਬਣ ਗਈ ਨਾ ਆਪਣੇ ਕੋਲੇ 1 ਕਿਲੋਮੀਟਰ ਆ ਸੀਗੀ 2 ਆ ਵਾਲੀ ਹੋਗੀ ਤਾਂ ਹੇਠਾਂ ਦਾ ਕਿੰਨੀ ਹੋਗੀ ਜੀ 3 ਕਿਲੋਮੀਟਰ ਹੋ ਗਈ। ਤਾਂ ਆਪਾਂ ਹੁਣ ਆ ਵਾਲੀ ਦੇਖਣੀ ਵੀ ਇਹ ਕਿੰਨੀ ਬਣੂਗੀ ਇਹ ਆਪਾਂ ਦੇਖਦੇ ਹਾਂ। ਹੁਣ ਇਹਦੇ ਵਿੱਚੋਂ ਜੇ ਆ 5 ਹੈ ਤਾਂ ਇਹਨੇ ਵੀ 5 ਹੀ ਹੋਊਗੀ ਠੀਕ ਹੈ 5 ਕਿਲੋਮੀਟਰ ਤਾਂ ਇਹ ਬੱਗੀ ਵਿੱਚੋਂ ਤਾਂ ਹੁਣ ਆਪਣੇ ਕੋਲ ਕਿੰਨੀ ਰਹਿ ਗਈ ਇੰਨੀ 9 ਤੋਂ 5 ਗਈ ਜੀ 4 ਤਾਂ 4 ਕਿਲੋਮੀਟਰ ਕੀ ਹੋਗੀ ਜੀ ਆ ਵਾਲੀ ਹੋਗੀ। ਤਾਂ ਹੁਣ ਦੇਖੋ ਜਿਹੜੀ ਚੀਜ਼ ਤੇ ਬਣਦਾ ਜੀ 90 ਦਾ ਕੋਣ ਉਹ ਤਾਂ ਕੀ ਹੁੰਦਾ ਜੀ ਆਪਣੇ ਕੋਲੇ ਆਧਾਰ ਤੇ ਜਿਹੜੇ 90 ਦੇ ਸਾਹਮਣੇ ਵਾਲੀ ਲਾਈਨ ਹੁੰਦੀ ਹੈ ਉਹ ਕਿਹੜੀ ਹੁੰਦੀ ਜੀ ਕਰਣ ਤਾਂ ਜਿਹੜੀ ਦੂਜੀ ਵੱਜ ਗਈ ਜੀ ਉਹ ਕਿਹੜੀ ਰਹੀ ਜੀ ਲੰਬ। ਤਾਂ ਹੁਣ ਆਪਣੇ ਕੋਲ ਕਿਹੜੀ ਵੱਜ ਗਈ ਜੀ ਆਹ ਵਾਲੀ ਵੱਜ ਗਈ ਸੀ ਇਹ ਕਿਉਂਕਿ ਲੰਬ ਹੋ ਗਿਆ ਇਹ ਆਧਾਰ ਹੋ ਗਿਆ ਤਾਂ ਕਰਣ ਦਾ ਸਕੁਅਰ ਇਹਨਾਂ ਦੇ ਨਾਮ ਦੇ ਦਿਓ A B C ਤਾਂ ਕਰਣ ਕਿਹੜਾ ਹੋਵੇ ਜੀ AC ਦਾ ਸਕੁਅਰ ਬਰਾਬਰ ਲੰਬ ਦਾ ਸਕੁਅਰ ਪਲੱਸ ਆਧਾਰ ਦਾ ਸਕੁਅਰ ਉਹ ਕਿੰਨਾ ਜੀ ਆਪਣੇ ਕੋਲੇ ਲੰਬ ਕਿੰਨਾ ਸੀਗਾ ਆਪਣੇ ਕੋਲੇ ਜੀ 4 ਦਾ ਸਕੁਅਰ ਪਲੱਸ 3 ਦਾ ਸਕੁਅਰ 16 ਪਲੱਸ 9 ਕਿੰਨਾ ਆ ਗਿਆ ਜੀ 25 AC ਸਕੁਅਰ ਕਿੰਨਾ ਆ ਗਿਆ ਜੀ 25 ਤਾਂ AC ਕਿੰਨਾ ਆ ਗਿਆ ਜੀ ਮੇਰੇ ਕੋਲੇ 5 AC ਤਾਂ ਮੇਰੇ ਕੋਲ ਕਿੰਨਾ ਆ ਗਿਆ ਜੀ 5 ਕਿਲੋਮੀਟਰ ਦੂਰ ਹੈ ਜੀ। ਤਾਂ ਹੁਣ ਕਿਹੜਾ ਇੱਕ ਤਾਂ ਹਾਊ ਫਾਰ ਦਾ ਗਿਆ ਹਾਊ ਫਾਰ ਕਿੰਨਾ ਜੀ 5 ਕਿਲੋਮੀਟਰ ਐਂਡ ਇਨ ਵਿੱਚ ਡਾਇਰੈਕਸ਼ਨ ਕੀ ਰਹਿ ਗਿਆ ਜੀ ਆਪਣੇ ਕੋਲੇ ਵੀ ਹੁਣ ਉਹ ਕਿਹੜੀ ਦਿਸ਼ਾ ਵਿੱਚ ਹੈ ਉਹ ਤੁਹਾਨੂੰ ਦੱਸਿਆ ਸੀਗਾ ਇੱਥੋਂ ਲੈ ਕੇ ਪਿਆ ਦੱਸਣਾ ਤਾਂ ਇੱਥੋਂ ਕੀ ਲਾ ਦਿਓ ਜੀ ਐਰੋ ਲਾ ਦਿਓ। ਹੁਣ ਜਿਹੜਾ ਆਹ ਵਾਲਾ ਐਰੋ ਆ ਇਹ ਕਿਹੜੀ ਦਿਸ਼ਾ ਵੱਲ ਨੂੰ ਜਾਂਦਾ ਹੈ ਤਾਂ ਦੇਖੋ ਆਪਣੇ ਕੋਲ ਕੀ ਹੁੰਦਾ ਜੀ ਆਹ ਵਾਲਾ ਐਰੋ ਈਸਟ ਦਾ ਹੋ ਗਿਆ ਇੱਧਰ ਨੂੰ ਵੈਸਟ ਦਾ ਉੱਪਰ ਨੂੰ ਨਾਰਥ ਦਾ ਹੇਠਾਂ ਨੂੰ ਸਾਊਥ ਦਾ ਇਹ ਤਾਂ ਹੋ ਗਏ ਇਹ ਉੱਪਰ ਹੇਠਾਂ ਦਾ ਇਹ ਟੇਢਾ ਹੈਗਾ ਤਾਂ ਕੀ ਕਰੋ ਜੀ ਇੱਕ ਤਾਂ ਆਹ ਵਾਲਾ ਐਰੋ ਹੋ ਗਿਆ ਇੱਕ ਇੱਧਰ ਨੂੰ ਹੋ ਗਿਆ ਇੱਕ ਇੱਧਰ ਨੂੰ ਹੋ ਗਿਆ ਇੱਕ ਕੀ ਹੈ ਜੀ ਇੱਧਰ ਨੂੰ ਹੋ ਗਿਆ। ਤਾਂ ਹੁਣ ਜਿਹੜਾ ਇਹ ਹੋ ਗਿਆ ਜੀ ਇਹ ਤਾਂ ਨਾਰਥ ਈਸਟ ਹੋ ਗਿਆ ਇਹ ਜੀ ਸਾਊਥ ਈਸਟ ਹੋ ਗਿਆ ਇਹ ਜੀ ਸਾਊਥ ਵੈਸਟ ਹੋ ਗਿਆ ਇਹ ਜੀ ਨਾਰਥ ਵੈਸਟ ਹੋ ਗਿਆ। ਤਾਂ ਹੁਣ ਆਪਣੇ ਕੋਲ ਆਨਸਰ ਕਿੰਨਾ ਆ ਗਿਆ ਜੀ ਉੱਤਰ ਪੂਰਬ। ਤਾਂ ਕਹਿੰਦੇ ਜੀ ਉਹ ਵਾਲਾ ਐਰੋ ਨਾ ਉੱਪਰ ਨੂੰ ਜਾ ਕੇ ਠੀਕ ਹੈ ਜੀ ਤਾਂ ਕੀ ਹੋਵੇ ਜੀ ਆਪਣਾ ਆਨਸਰ ਕਿੰਨਾ ਹੈ 5 ਕਿਲੋਮੀਟਰ ਨਾਰਥ ਈਸਟ 5 ਕਿਲੋਮੀਟਰ ਉੱਤਰ ਪੂਰਬ। ਹੁਣ ਆਪਾਂ ਦੇਖਦੇ ਹਾਂ ਜੀ ਅਗਲਾ ਸਵਾਲ ਠੀਕ ਹੈ ਜੀ ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਜੀ ਤੀਜਾ ਸਵਾਲ ਠੀਕ ਹੈ ਜੀ। ਤਾਂ ਮੇਰੇ ਕੋਲ ਜਿਹੜਾ ਤੀਜਾ ਸਵਾਲ ਹੈ ਜੀ ਤਾਂ ਇਹ ਵਾਲਾ ਕੀ ਸਵਾਲ ਆ ਗਿਆ ਜੀ ਥਰਡ ਸਮ ਆ ਜਿਹੜਾ ਤਾਂ ਮੇਰੇ ਕੋਲ ਜਿਹੜਾ ਥਰਡ ਸਮ ਆ ਜੀ ਠੀਕ ਹੈ ਇਹ ਇਜ਼ 6 ਕਿਲੋਮੀਟਰ ਈਸਟ ਆਫ B ਇਹ ਕੀ ਹੈ ਜੀ B ਦੇ ਪੂਰਬ ਤੋਂ ਕੀ ਹੈ ਜੀ 6 ਕਿਲੋਮੀਟਰ ਹੈ ਤਾਂ C ਇਜ਼ 4 ਕਿਲੋਮੀਟਰ ਨਾਰਥ ਆਫ B ਤੇ ਜਿਹੜਾ C ਹੈ ਜੀ B ਦੇ ਨਾਰਥ ਤੋਂ ਕਿੰਨਾ ਜੀ 4 ਕਿਲੋਮੀਟਰ ਹੈ ਤਾਂ D ਇਜ਼ 12 ਕਿਲੋਮੀਟਰ ਸਾਊਥ ਆਫ C ਤੇ ਜਿਹੜਾ D ਹੈ ਜੀ 12 ਕਿਲੋਮੀਟਰ ਹੈ ਜੀ C ਦੇ ਸਾਊਥ ਦੇ। ਤਾਂ ਨਾਓ ਹਾਊ ਫਾਰ ਐਂਡ ਵਿਚ ਡਾਇਰੈਕਸ਼ਨ ਹੁਣ ਕਿੰਨੀ ਦੂਰ ਅਤੇ ਕਿਹੜੀ ਦਿਸ਼ਾ ਇਸ D ਫਰੋਮ A ਜਿਹੜਾ D ਹੈ ਜੀ A ਤੋਂ ਕਿੰਨੀ ਦੂਰ ਹੈ ਤੇ ਕਿਹੜੀ ਡਾਇਰੈਕਸ਼ਨ 'ਚ ਹੈ D ਬਾਰੇ ਗੱਲ ਕਰਨੀ ਹੁਣ ਆਪਾਂ ਨੇ ਠੀਕ ਹੈ ਜੀ। ਤਾਂ ਹੁਣ ਆਪਾਂ ਗੱਲ ਕਰਦੇ ਹਾਂ A is 6 ਕਿਲੋਮੀਟਰ ਈਸਟ ਆਫ B ਜਿਹੜਾ A ਹੈ ਜੀ B ਦੇ ਈਸਟ 'ਚ ਹੈ ਠੀਕ ਹੈ ਜੀ। ਹੁਣ A ਨੂੰ ਆਪਾਂ B ਦੇ ਵਿੱਚ ਲਾਉਣਾ ਕਿਤੇ B ਨੂੰ A ਚ ਨਾ ਲਾ ਦਿਓ ਕਈ ਵਾਰ ਸਟੂਡੈਂਟ ਕੀ ਗਲਤੀ ਕਰਦੇ ਨੇ ਹੁਣ ਸਟੂਡੈਂਟ ਕੀ ਹੈ ਜੀ ਉਰੇ A ਲਿਖ ਦੇਣਗੇ A ਦਾ ਈਸਟ ਕੀ ਬਣ ਗਿਆ ਜੀ B ਬਣ ਗਿਆ A ਦਾ ਈਸਟ ਕੀ ਬਣ ਗਿਆ ਜੀ ਆ ਇਧਰ ਨੂੰ ਕੀ ਬਣ ਗਿਆ B ਬਣ ਗਿਆ। A is 6 ਕਿਲੋਮੀਟਰ ਈਸਟ ਆਫ B ਹੁਣ ਜਿਹੜਾ ਆਪਣੇ ਕੋਲ ਕੀ ਦਿੱਤਾ ਹੈ ਜਿਵੇਂ A is 6 ਕਿਲੋਮੀਟਰ ਈਸਟ ਆਫ ਤਾਂ ਹੁਣ ਪਹਿਲਾਂ ਆਪਣੇ ਪੁਆਇੰਟ ਕਿਹੜਾ ਲਾਉਣਾ ਜੀ B ਤਾਂ B ਆਪਣੇ ਕੋਲ ਕੀ ਆ ਗਿਆ ਜੀ ਇੱਕ ਪੁਆਇੰਟ ਆ ਗਿਆ B ਪੁਆਇੰਟ ਆ ਜੀ B ਦੇ ਕੀ ਆ ਜੀ B ਦੇ ਈਸਟ ਚ ਤਾਂ B ਦਾ ਈਸਟ ਕਿਹੜਾ ਕਿੱਧਰ ਨੂੰ ਹੋ ਗਿਆ ਜੀ ਇੱਧਰ ਨੂੰ ਹੋ ਗਿਆ B ਦਾ ਈਸਟ ਕੀ ਹੋ ਗਿਆ ਜੀ A ਆ ਗਿਆ ਹੈ ਕਿੰਨਾ ਜੀ 6 ਕਿਲੋਮੀਟਰ ਹੈ। ਤਾਂ C is 4 ਕਿਲੋਮੀਟਰ ਨਾਰਥ ਆਫ B ਤਾਂ B ਦਾ ਨਾਰਥ ਕਿੱਧਰ ਨੂੰ ਹੋ ਗਿਆ ਜੀ B ਦਾ ਜਿਹੜਾ ਨਾਰਥ ਆਪਣੇ ਕੋਲੇ B ਦਾ ਨਾਰਥ ਕੀ ਹੈ ਜੀ ਉੱਪਰ ਨੂੰ ਆ ਗਿਆ ਕਿਹੜਾ ਪੁਆਇੰਟ ਹੈ ਜੀ C ਹੈ ਕਿੰਨਾ ਜੀ 4 ਐਂਡ D is 12 ਕਿਲੋਮੀਟਰ ਸਾਊਥ ਆਫ C C ਦੇ ਸਾਊਥ ਚ ਹੈ C ਦਾ ਸਾਊਥ ਕਿੰਨਾ ਜੀ ਹੇਠਾਂ ਨੂੰ ਆ ਤਾਂ C ਦਾ ਸਾਊਥ ਦਾ ਕੀ ਹੋ ਜੀ ਇੱਥੋਂ ਚੱਲੂਗਾ ਇੱਥੋਂ ਚੱਲ ਕੇ ਜੀ ਇੱਧਰ ਨੂੰ ਆ ਗਿਆ D ਕਿੰਨਾ ਸੀਗਾ ਜੀ 12 ਸੀਗਾ 12 ਦੇ ਵਿੱਚੋਂ 4 ਤਾਂ ਆ ਰਹਿ ਗਿਆ ਤਾਂ ਪਿੱਛੇ ਕਿੰਨਾ ਰਹਿ ਗਿਆ ਜੀ 8। ਤਾਂ ਹੁਣ ਆਪਾਂ ਨੇ ਕੀ ਗੱਲ ਕਰਨੀ ਹੈ ਜੀ ਕਹਿੰਦਾ ਨਾਓ ਹਾਊ ਫਾਰ ਐਂਡ ਵਿਚ ਡਾਇਰੈਕਸ਼ਨ ਇਜ਼ D ਕਹਿੰਦਾ ਫਰੋਮ A ਤੋਂ ਹੁਣ ਆਪਾਂ ਨੇ ਕਿੰਨੀ ਚੀਜ਼ ਕਰਨੀ ਜੀ ਆਹ ਵਾਲੀ ਇੱਕ ਤਾਂ ਇਹਦੀ ਡਿਸਟੈਂਸ ਕੱਢਣੀ ਹੈ ਨਾਲੇ D ਦੱਸਣਾ ਜੀ ਕਿੱਧਰ ਨੂੰ ਆ ਠੀਕ ਹੈ ਜੀ।
ਤਾਂ ਹੁਣ ਆਪਾਂ ਨੇ ਕੀ ਕਰਨਾ ਜੀ ਫਰੋਮ A ਤਾਂ ਹੁਣ ਡਿਸਟੈਂਸ ਕੱਢਣ ਲਈ ਉਹੀ ਆਪਣੇ ਕੋਲੇ ਪਿਛਲਾ ਤਰੀਕਾ ਤਾਂ ਆਪਾਂ ਨੇ ਕੀ ਕੱਢਣਾ ਜੀ ਕਰਨ ਕੱਢਣਾ ਨੇ ਤਾਂ ਕਰਨ ਕਿਵੇਂ ਕੱਢਾਂਗੇ ਜੀ ਕਰਨ ਦਾ ਸਕੁਅਰ AD ਦਾ ਸਕੁਅਰ ਕਿੰਨਾ ਹੋ ਗਿਆ ਜੀ AB ਦਾ ਸਕੁਅਰ ਕਿੰਨਾ ਹੋ ਗਿਆ ਜੀ 6 ਦਾ ਸਕੁਅਰ ਪਲੱਸ 8 ਦਾ ਸਕੁਅਰ ਕਿੰਨਾ ਆ ਗਿਆ ਜੀ 36 ਪਲੱਸ 64 ਕਿੰਨਾ ਆ ਗਿਆ ਜੀ 100 ਤਾਂ AD ਦੀ ਵੈਲਿਊ ਕਿੰਨੀ ਆ ਗਈ ਜੀ 10 ਤਾਂ ਕਿੰਨਾ ਆ ਗਿਆ ਜੀ ਆਪਣੇ ਕੋਲੇ 10 ਆ ਗਿਆ ਜੀ ਹੈ ਕਿਹੜੀ ਡਾਇਰੈਕਸ਼ਨ ਹੈ ਜੀ ਤੁਹਾਨੂੰ ਦੱਸਿਆ ਸੀਗਾ ਜੀ ਤਾਂ ਉਹ ਆਪਾਂ ਆ ਡਾਇਰੈਕਸ਼ਨ ਮੁਤਾਬਕ ਕਿਹੜੀ ਡਾਇਰੈਕਸ਼ਨ ਬਣਦੀ ਜੀ ਨਾਰਥ ਈਸਟ ਉੱਤਰ ਪੂਰਬ ਤਾਂ ਕਿਹੜੀ ਬਣ ਗਈ ਜੀ ਨਾਰਥ ਈਸਟ ਇਹ ਕੀ ਹੈ ਜੀ ਆਪਣਾ ਆਨਸਰ ਆ ਗਿਆ ਠੀਕ ਹੈ ਜੀ ਹੁਣ ਇਸ ਟਾਈਪ ਦਾ ਆਪਾਂ ਕੀ ਕਰਦੇ ਹਾਂ ਜੀ ਅਗਲਾ ਸਵਾਲ ਕਰਦੇ ਹਾਂ ਠੀਕ ਹੈ ਜੀ ਇਸ ਸਵਾਲ ਦੇ ਵਿੱਚ ਉਹਨੇ ਪੁੱਛਿਆ ਕੀ ਸੀਗਾ ਕਹਿੰਦਾ ਡਾਇਰੈਕਸ਼ਨ D from A ਤਾਂ D ਦੀ ਦੱਸਣੀ ਆ ਆਪਾਂ ਨੇ from A ਤਾਂ A ਤੋਂ ਦੱਸਣੀ ਆ ਕਈ ਵਾਰੀ ਕੀ ਦੱਸੇ ਇਨ ਵਿੱਚ ਜੋ ਡਾਇਰੈਕਸ਼ਨ ਪੁੱਛਦਾ ਜੇ ਆਪਾਂ ਹਾਊ ਫਾਰ ਪੁੱਛਦਾ ਹਾਊ ਫਾਰ ਦਾ ਸੇਮ ਇੱਥੋਂ ਇਹਦੀ ਵੀ ਜੇ ਇੱਧਰ ਨੂੰ ਇੱਧਰ ਨਾ ਉਹ ਵੀ ਹੁੰਦੀ ਹੈ ਇੱਧਰ ਨੂੰ ਇੱਧਰ ਜਾਣਾ ਤਾਂ ਉਹ ਵੀ ਹੁੰਦੀ ਹੈ ਤੇ ਹੁਣ ਕਈ ਵਾਰ ਪੁੱਛਦਾ ਕੀ ਹੈ ਵਿੱਚ ਡਾਇਰੈਕਸ਼ਨ ਹੈ ਜੀ D from A ਤਾਂ A ਤੋਂ D ਕਿਹੜੀ ਡਾਇਰੈਕਸ਼ਨ ਦੇ ਵਿੱਚ ਆ ਤਾਂ ਇਹਦਾ ਮੈਂ ਤੁਹਾਨੂੰ ਦੱਸਿਆ ਜੇ A from D ਲਿਖਿਆ ਹੁੰਦਾ ਤਾਂ ਹੁੰਦਾ ਹੁਣ ਉਹਨੇ ਕਿਹਾ D from A ਤਾਂ ਹੁਣ ਆਪਣੇ ਕੋਲ ਕੀ ਹੈ ਜੀ ਆਹ ਵਾਲੀ ਡਾਇਰੈਕਸ਼ਨ ਆਪਾਂ ਨੇ ਦੱਸਣੀ ਜੀ ਤਾਂ ਆਹ ਵਾਲੀ ਡਾਇਰੈਕਸ਼ਨ ਆਪਣੇ ਕੋਲ ਕੀ ਬਣਦੀ ਜੀ ਨੀਚੇ ਨੂੰ ਬਣ ਗਈ ਕਿਹੜੀ ਬਣ ਰਹੀ ਜੀ ਸਾਊਥ ਵੈਸਟ ਉਹ ਜੇ ਹੁੰਦੀ ਤਾਂ ਕਿੰਨੀ ਹੁੰਦੀ ਜੀ 10 ਨਾਰਥ ਈਸਟ ਇਹ ਕਿੰਨੀ ਬਣਦੀ ਜੀ ਤਾਂ ਆਪਣਾ ਜਿਹੜਾ ਕਰੈਕਟ ਆਨਸਰ ਕੀ ਹੋਣਾ ਜੀ 10 ਸਾਊਥ ਵੈਸਟ ਠੀਕ ਹੈ ਜੀ ਹੁਣ ਨੈਕਸਟ ਟਾਈਪ ਦਾ ਅਗਲੀ ਟਾਈਪ ਦਾ ਇਸੇ ਦੇ ਟਾਈਪ 4 ਦੀ ਹੋਰ ਟਾਈਪ ਦਾ ਆਪਾਂ ਸਵਾਲ ਦੇਖਦੇ ਹਾਂ ਜੀ ਇਹ ਪਰਸਨ walks 5 ਕਿਲੋਮੀਟਰ ਟੂਵਰਡਸ ਈਸਟ ਇਹ ਪਰਸਨ walks 5 ਕਿਲੋਮੀਟਰ ਟੂਵਰਡਸ ਈਸਟ ਕੋਈ ਵਿਅਕਤੀ ਹੈ ਜੀ 5 ਕਿਲੋਮੀਟਰ ਕਿੱਧਰ ਨੂੰ ਜਾਂਦਾ ਜੀ ਈਸਟ ਵੱਲ ਨੂੰ ਜਾਂਦਾ 5 ਕਿਲੋਮੀਟਰ ਈਸਟ ਜਾਂਦਾ ਜੀ ਕਿੰਨਾ ਜਾਂਦਾ 5 ਕਿਲੋਮੀਟਰ then he turns to south ਤਾਂ ਕੀ ਕਰਦਾ ਜੀ ਉਹ 5 ਕਿਲੋਮੀਟਰ ਈਸਟ ਵੱਲ ਜਾ ਕੇ ਜੀ ਫਿਰ ਕੀ ਕਰਦਾ then he turns to south ਤਾਂ ਫਿਰ ਕੀ ਕਰਦਾ ਜੀ ਉਹ ਸਾਊਥ ਵੱਲ ਨੂੰ ਜਾਂਦਾ ਸੌਰੀ 1 ਮਿੰਟ ਦੇਖਦੇ ਵੀ ਕਿੰਨਾ ਹੁੰਦਾ then he turns to south and walks the same distance ਮਤਲਬ ਜਿੰਨੀ ਹੋ ਰਹੀ ਸੀ ਉਨੀ ਹੋ ਰਹੀ ਹੈ ਕਿੰਨੀ ਬਣਦੀ ਜੀ 5 ਕਿਲੋਮੀਟਰ ਤਾਂ ਐਂਡ ਫਾਈਨਲੀ he turns to his left ਤਾਂ ਫਿਰ ਇੱਥੋਂ ਕੀ ਕਰਦਾ ਜੀ ਇੱਥੋਂ ਦਾ ਕੀ ਮੁੜ ਜਾਂਦਾ ਜੀ ਲੈਫਟ ਮੁੜ ਜਾਂਦਾ ਤਾਂ ਹੁਣ ਇੱਥੋਂ ਦਾ ਲੈਫਟ ਕਿੱਧਰ ਨੂੰ ਮੁੜੂਗਾ ਜੀ ਤਾਂ ਹੁਣ ਇੱਧਰੋਂ ਦਾ ਕੀ ਹੋਊਗਾ ਜੀ ਕਲੌਕਵਾਈਜ਼ ਤਾਂ ਇੱਧਰ ਨੂੰ ਚੱਲੂ ਤਾਂ ਲੈਫਟ ਲਈ ਆਪਾਂ ਨੇ ਦੇਖਣਾ ਜੀ ਐਂਟੀ ਕਲੌਕਵਾਈਜ਼ ਤਾਂ ਇੱਧਰ ਨੂੰ ਕੀ ਹੋਊਗਾ ਜਦੋਂ ਜੀ ਐਂਟੀ ਕਲੌਕਵਾਈਜ਼ ਕਿੰਨਾ ਬਣਦਾ ਐਂਡ ਹੀ ਵਾਕਸ 7 ਕਿਲੋਮੀਟਰ ਤਾਂ ਫਿਰ ਕੀ ਕਰਦੇ ਜੀ ਇੱਥੋਂ 7 ਕਿਲੋਮੀਟਰ ਜਾਂਦਾ how far and in which direction is he from the starting point ਤਾਂ ਸਟਾਰਟਿੰਗ ਪੁਆਇੰਟ ਤੋਂ ਕਿੱਧਰ ਨੂੰ ਆ ਤਾਂ ਆਪਾਂ ਨੇ ਕੀ ਕਰਨੀ ਹੈ ਜੀ ਇੱਥੋਂ ਲੈ ਕੇ ਇੱਥੋਂ ਤੱਕ ਦੀ ਦੂਰੀ ਦੱਸਣੀ ਹੈ ਠੀਕ ਹੈ ਜੀ ਇੱਕ ਗੱਲ ਤਾਂ ਹੋਰ ਕਿਤੇ 5 ਦੇ 5 10 ਤੇ 7 17 ਨਾ ਕਹਿ ਦੇਣਾ ਕਿ ਇੱਥੋਂ ਲੈ ਕੇ ਇੱਥੋਂ ਤੱਕ ਦੀ ਦੂਰੀ ਦੱਸਣੀ ਹੈ ਤਾਂ ਹੁਣ ਇਹਦੇ ਲਈ ਆਪਾਂ ਨੂੰ ਕੀ ਕਰਨਾ ਹੋਊਗਾ ਹੁਣ ਇਸੇ ਕਿਤੇ ਸਿੰਪਲ ਆਪਣੇ ਕੋਲੇ 90 ਦੀ ਲੰਬੂ ਦਾ ਪਾਈਥਾਗੋਰਸ ਸੀ ਬਟ ਪਾਈਥਾਗੋਰਸ ਲਈ ਆਪਾਂ ਨੂੰ ਕੀ ਚਾਹੀਦਾ ਹੁੰਦਾ ਜੀ ਪਾਈਥਾਗੋਰਸ ਲਈ ਆਪਾਂ ਨੂੰ ਚਾਹੀਦਾ ਨਾ ਜੀ ਤਾਂ 90 ਦਾ ਐਂਗਲ ਚਾਹੀਦਾ 90 ਦਾ ਐਂਗਲ ਨਹੀਂ ਬਣ ਰਿਹਾ ਤਾਂ ਆਪਾਂ ਕੀ ਕਰੂ ਜੀ ਇਧਰ ਨੂੰ ਵਧਾ ਦਿਓ ਇੱਥੋਂ ਜਿਹੜਾ ਆਹ ਵਾਲਾ ਪੁਆਇੰਟ ਸੀ ਇਹਨੂੰ ਇੱਥੇ ਲੈ ਜਾਓ ਇੱਥੋਂ ਤੇ ਇੱਥੋਂ ਫਿਰ ਜੀ ਇੱਧਰ ਨੂੰ ਆ ਕੀ ਸੀਗਾ ਜੀ ਇੰਨਾ ਨਾ ਪੁਆਇੰਟ ਸੀ 5 ਸੀ ਤਾਂ ਆ ਵੀ ਕਿੰਨਾ ਹੋ ਗਿਆ ਜੀ 5 ਹੋ ਗਿਆ ਇੰਨਾ ਨਾ ਪੁਆਇੰਟ ਸੀ 5 ਸੀ ਤਾਂ ਆ ਵੀ ਕੀ ਹੋ ਗਿਆ ਜੀ 5 ਹੋ ਗਿਆ ਠੀਕ ਹੈ ਜੀ ਤਾਂ ਜਦੋਂ ਇਹ ਵੀ 5 ਹੋ ਗਿਆ ਤਾਂ 5 ਤਾਂ ਇਹ ਹੋ ਗਿਆ ਜੀ ਇਹ ਤਾਂ 5 ਹੈਗਾ ਤਾਂ ਆ ਕਿੰਨਾ ਹੋ ਗਿਆ ਜੀ ਆਪਾਂ ਨੇ ਕੀ ਫਾਈਂਡ ਕਰਨੀ ਹੈ ਜੀ ਇੰਨੀ ਨਹੀਂ ਮਤਲਬ ਕਰਨੇ ਹੀ ਬਣਦਾ 90 ਦੇ ਨੰਬਰ ਬਣ ਗਏ 7 ਤੇ 5 ਇਹ ਕਿੰਨੀ ਹੋ ਗਈ ਜੀ 12 ਹੋ ਗਈ ਤਾਂ ਹੁਣ ਆਪਣੇ ਕੋਲੇ ਦੇਖੋ ਕੀ ਚੀਜ਼ ਬਣ ਗਈ 5 ਆ ਹੋ ਗਈ ਜੀ 12 ਕੀ ਹੋ ਗਈ ਜੀ ਆ ਹੋ ਗਈ ਤੇ ਆਪਾਂ ਨੇ ਕੀ ਕਰਨੀ ਜੀ ਫਾਈਂਡ ਕਰਨੀ ਹੈ ਉਹੀ ਆਪਣੇ ਕੋਲੇ 5 25 144 ਕਿੰਨੀ ਬਣ ਗਈ ਜੀ 169 ਆਪਣੇ ਕੋਲੇ 169 ਤਾਂ ਇਹ ਕਿੰਨੀ ਬਣ ਗਈ ਜੀ 169 ਇਧਰ ਇਹ ਰੂਟ ਹੋ ਗਈ ਜੀ ਤਾਂ ਕਿੰਨੀ ਆ ਗਈ ਜੀ 13 ਤਾਂ ਆਨਸਰ ਦਾ ਕਿੰਨਾ ਆ ਗਿਆ ਜੀ 13 ਆ ਗਿਆ ਤਾਂ ਜਾ ਕਿੱਧਰ ਨੂੰ ਰਿਹਾ ਜੀ ਆਹ ਵਾਲੇ ਪੁਆਇੰਟ ਤੋਂ ਇਧਰ ਨੂੰ ਜਾ ਰਿਹਾ ਤਾਂ ਆਪਾਂ ਕੀ ਲਾਤਾ ਜੀ ਉਰੇ ਐਰੋ ਲਾਤਾ ਤਾਂ ਉਰੇ ਕੀ ਲਾਤਾ ਜੀ ਆਪਾਂ ਨੇ ਐਰੋ ਲਾਤਾ ਤਾਂ ਕਿੰਨੀ ਹੈ ਜੀ 13 ਕਿਲੋਮੀਟਰ ਕਿਹੜੀ ਡਿਸਟੈਂਸ ਹੈ ਜੀ ਸਾਊਥ ਈਸਟ 13 ਕਿਲੋਮੀਟਰ ਕਿੱਧਰ ਨੂੰ ਜਾ ਰਿਹਾ ਜੀ ਉਹ ਸਾਊਥ ਈਸਟ ਵੱਲ ਠੀਕ ਹੈ ਜੀ
ਇਹ ਵਾਲਾ ਸਵਾਲ ਕਿਦਾਂ ਦਾ ਸੀਗਾ ਕਿਉਂਕਿ ਇੱਥੇ ਆਪਣੇ ਕੋਲ ਕੀ ਜੀ 90 ਦਾ ਐਂਗਲ ਨਹੀਂ ਬਣ ਰਿਹਾ ਸੀ ਤਾਂ 90 ਦਾ ਐਂਗਲ ਆਪਾਂ ਨੇ ਆਪਦੇ ਕੋਲੋਂ ਕ੍ਰੀਏਟ ਕੀਤਾ ਉਹ ਦੇਖਣਾ ਕਿਦਾਂ ਵੀ ਕਿਵੇਂ ਕੀਤਾ ਜੇ 5 ਕਿਲੋਮੀਟਰ ਇੱਥੋਂ ਇੱਧਰ ਨੂੰ ਜਾਂਦਾ ਜੇ ਆਪਾਂ ਇੱਥੋਂ ਹੀ ਤੋੜ ਦਿਓ ਤਾਂ ਉਹ ਵੀ ਤਾਂ ਫਿਰ ਜੇ ਉੱਥੇ ਤੱਕ ਜਾਵੇ ਉਹ ਵੀ 5 ਕਿਲੋਮੀਟਰ ਬਣਦਾ ਉਹ ਵੀ 5 ਹੀ ਬਣੂਗਾ ਹੁਣ ਆ ਵੀ 5 ਹੈ ਤਾਂ ਆ ਵੀ ਕਿੰਨੀ ਬਣੂ 5 ਹੀ ਬਣੂ ਤਾਂ 7 ਇਹ ਸੀ 5 ਇਹ ਸੀ 7 ਤੇ 5 ਕਿੰਨੀ ਹੋਊਗੀ ਜੀ ਟੋਟਲ 12 ਹੋਊਗੀ ਆ 5 ਹੋਊਗੀ 12 5 ਆਪਣੇ ਕੀ ਕਰਨੀ ਜੀ ਫਾਈਂਡ ਕਰਦੇ ਠੀਕ ਹੈ ਜੀ ਠੀਕ ਹੈ ਜੀ ਹੁਣ ਇਹ ਵਾਲਾ ਜਿਹੜਾ ਸਵਾਲ ਹੈ ਤੇ ਵੀ ਸੇਮ ਆ ਹਨਾ ਉਦਾਂ ਹੀ ਮੁੜਦਾ ਹੈ ਉਦਾਂ ਹੀ ਇਹਦੇ ਵਿੱਚ ਵੀ ਲੈਫਟ ਰਾਈਟ ਹੈ ਜੀ ਠੀਕ ਹੈ ਜੀ ਨਾਰਥ ਆ ਈਸਟ ਆ ਸਭ ਕੁਝ ਹੈ ਬਟ ਇਹਦੇ ਵਿੱਚ ਇੱਕ ਡਿਫਰੈਂਸ ਹੈ ਉਹ ਆਪਾਂ ਅੱਗੇ ਜਾ ਕੇ ਦੇਖਦੇ ਇਹਦੇ ਵਿੱਚ ਡਿਫਰੈਂਸ ਕੀ ਆਉਂਦਾ ਕਹਿੰਦੇ ਪਰਸਨ ਵਾਕਸ 1 ਕਿਲੋਮੀਟਰ ਟੁਵਰਡਸ ਨਾਰਥ ਕੋਈ ਵਿਅਕਤੀ ਹੈ ਜੀ 1 ਕਿਲੋਮੀਟਰ ਕੀ ਜਾਂਦਾ ਜੀ ਨਾਰਥ ਵੱਲ ਨੂੰ ਜਾਂਦਾ ਹੈ 1 ਕਿਲੋਮੀਟਰ ਜੀ ਨਾਰਥ ਵੱਲ ਨੂੰ ਵਗ ਗਿਆ ਠੀਕ ਹੈ ਜੀ 1 ਕਿਲੋਮੀਟਰ ਗਿਆ ਜੀ ਨਾਰਥ ਵੱਲ ਨੂੰ ਚੱਲਿਆ ਗਿਆ ਦੈਨ ਹੀ ਟਰਨਸ ਟੂ ਹਿਸ ਰਾਈਟ ਤਾਂ ਕੀ ਹੈ ਜੀ ਹੁਣ ਨਾਰਥ ਵੱਲ ਨੂੰ ਵਗ ਗਿਆ ਆਪਾਂ ਨੂੰ ਉਹਦਾ ਨਾਰਥ ਦਾ ਰਾਈਟ ਕੀ ਹੈ ਜੀ ਇਸ ਸਾਈਡ ਨੂੰ ਵਗ ਗਿਆ ਉਹ ਜੇ ਠੀਕ ਹੈ ਜੀ ਨਾਰਥ ਦਾ ਇੱਧਰ ਜਾਂਦਾ ਕਹਿੰਦਾ ਜੀ ਐਟ ਐਨ ਐਂਗਲ ਆਫ 45 ਡਿਗਰੀ ਆਹ ਵਾਲੀ ਚੀਜ਼ ਦੇਖੋ ਇੱਕ ਵਾਰ ਚੀਜ਼ ਸਮਝੋ 45 ਡਿਗਰੀ ਦੇ ਐਂਗਲ ਤੇ ਆਪਾਂ ਨੂੰ ਕਿੱਦਾਂ ਰੋਟੇਟ ਕਰਨਾ ਤਾਂ ਆਪਾਂ ਨੂੰ ਰੋਟੇਟ ਕਰਦੇ ਜੀ 45 ਡਿਗਰੀ ਦੇ ਐਂਗਲ ਤੇ ਕਰਨਾ ਨਾ ਜੀ ਤਾਂ ਕਰਨਾ ਕਿੱਦਾਂ ਜੇ ਹੁਣ ਆਪਾਂ ਦੇਖੀਏ ਤਾਂ ਹੁਣ ਆਪਾਂ ਦੇਖੀਏ ਇਹਦਾ ਜਿਹੜਾ ਰਾਈਟ ਹੈ ਰਾਈਟ ਕਿੱਧਰ ਨੂੰ ਬਣਦਾ ਜੀ ਈਸਟ ਵੱਲ ਨੂੰ ਬਣਦਾ ਬਟ ਜੇ ਆਪਾਂ 45 ਤੇ ਰਿਪਲੇ ਕਰਦੇ ਆ ਤਾਂ ਇਧਰੋਂ ਬਣੂਗਾ ਨਾ ਕਈ ਸਟੂਡੈਂਟ ਕੀ ਕਰਦੇ ਆ ਕਰਨਗੇ ਤਾਂ ਠੀਕ 45 ਡਿਗਰੀ ਤੇ ਤਾਂ ਉਹਨੂੰ ਰੋਟੇਟ ਤਾਂ ਕਰ ਦੇਣਗੇ ਪਰ ਕਰਨਗੇ ਕਿਦਾਂ ਹੇਠਾਂ ਥੋੜੀ ਤਾਂ ਹੇਠਾਂ ਫਿਰ ਇੱਧਰ ਨੂੰ ਵਗਿਆ ਨਾ ਉਹ ਤਾਂ ਕਲੌਕਵਾਈਜ਼ ਤਾਂ ਇੱਧਰ ਨੂੰ ਵਗਿਆ ਤਾਂ ਕਿੱਥੋਂ ਵਗਿਆ ਜੀ ਉਹ ਇੱਧਰ ਨੂੰ ਇਦਾਂ ਕਿੰਨਾ ਵਗਿਆ ਜੀ 2 ਕਿਲੋਮੀਟਰ ਵਗਿਆ ਬਹੁਤ ਵਧੀਆ ਐਂਡ ਫਾਈਨਲੀ ਹੀ ਟਰਨਸ ਟੂ ਹਿਸ ਰਾਈਟ ਉਹ ਦੁਬਾਰਾ ਫੇਰ ਇਹਦਾ ਰਾਈਟ ਵਗਿਆ ਰਾਈਟ ਮਤਲਬ ਕਿ ਉਹ ਕਿੰਨਾ ਹੋ ਗਿਆ ਜੀ ਫਾਈਨਲੀ ਹੀ ਟਰਨਸ ਟੂ ਹਿਸ ਰਾਈਟ ਤਾਂ ਉਹਦਾ ਰਾਈਟ ਦੁਬਾਰਾ ਫੇਰ ਵਗਿਆ ਜੀ ਉਹ ਤਾਂ ਉਹਦਾ ਰਾਈਟ ਕਿੱਧਰ ਨੂੰ ਬਣੂ ਜੀ ਕਲੌਕਵਾਈਜ਼ ਇਹਦਾ ਕਲੌਕਵਾਈਜ਼ ਕੀ ਬਣ ਗਿਆ ਜੀ ਇੱਧਰ ਨੂੰ 2 ਕਿਲੋਮੀਟਰ ਕੀ ਹੈ ਜੀ 4 ਆ ਗਿਆ ਇੰਨੀ ਹੀ ਡਿਸਟੈਂਸ ਤੇ ਠੀਕ ਹੈ ਜੀ 2 ਕਿਲੋਮੀਟਰ ਕੀ ਹੈ ਜੀ 4 ਆ ਗਿਆ ਤਾਂ ਨਾਓ ਹਾਊ ਫਾਰ ਐਂਡ ਇਨ ਵਿਚ ਡਾਇਰੈਕਸ਼ਨ ਫਰੋਮ ਸਟਾਰਟਿੰਗ ਪੁਆਇੰਟ ਤਾਂ ਕਹਿੰਦਾ ਨਾਓ ਹਾਊ ਫਾਰ ਹੁਣ ਕਹਿੰਦਾ ਕਿੰਨੀ ਦੂਰ ਹੈ ਅਤੇ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ ਜੀ ਸਟਾਰਟਿੰਗ ਪੁਆਇੰਟ ਤੋਂ ਤਾਂ ਆ A ਹੋਊਗੀ ਆ B ਆ C ਤੇ ਆ D ਆਪਾਂ ਨੇ ਕੀ ਫਾਈਂਡ ਕਰਨਾ ਜੀ AD ਆਪਣੇ ਕੋਲ ਆਹ ਵਾਲੀ ਚੀਜ਼ ਤਾਂ ਹੈ ਹੀ ਨਹੀਂ ਤਾਂ AD ਫਾਈਂਡ ਕਰਨ ਲਈ ਲੱਗੂ ਤਾਂ ਪਾਇਥਾਗੋਰਸ ਸੀ ਬਟ ਪਾਇਥਾਗੋਰਸ ਨਾਲ ਵਧੀਆ ਆਪਾਂ ਨੂੰ ਕਿਹੜਾ ਐਂਗਲ ਚਾਹੀਦਾ ਜੀ 90 ਦਾ ਐਂਗਲ ਉਹ ਹੈ ਹੀ ਨਹੀਂ 90 ਦਾ ਐਂਗਲ ਬਣਾਉਣ ਲਈ ਆਪਾਂ ਨੇ ਕੀ ਕੀਤਾ ਜੀ ਆਹ ਵਾਲੀ ਡਿਸਟੈਂਸ ਲਾ ਲਈ ਆਪਣੇ ਕੋਲ ਹੁਣ ਆਪਾਂ ਨੂੰ ਇਹ ਡਿਸਟੈਂਸ ਵੀ ਨਹੀਂ ਪਤਾ ਤਾਂ ਇਹ ਡਿਸਟੈਂਸ ਲੱਭਣ ਦੇ ਲਈ ਆਪਾਂ ਨੂੰ ਹੁਣ ਇੱਥੋਂ BCD ਤਾਂ BCD ਦੀ ਜ਼ਰੂਰਤ ਪਊ ਤਾਂ BCD ਦੇ ਵਿੱਚ ਵੀ ਕੀ ਹੋ ਜੂ B ਆ ਗਿਆ C ਆ ਗਿਆ D ਆ ਗਿਆ ਆਹ ਦੋ ਹੋ ਗਿਆ ਜੀ ਆਹ ਦੋ ਹੋ ਗਿਆ ਆਪਾਂ ਨੇ ਕੀ ਕਰਨਾ ਜੀ ਫਾਈਂਡ ਕਰਨਾ ਤਾਂ ਆਹ ਵਾਲਾ ਜਿਹੜਾ ਆਪਾਂ ਨੇ ਫਾਈਂਡ ਕਰਨਾ ਆਪਾਂ ਕਿੱਦਾਂ ਕਰਾਂਗੇ ਤਾਂ ਇਹਦੇ ਲਈ ਕੀ ਲੱਗੂ ਪਾਇਥਾਗੋਰਸ ਲੱਗੂ ਨਾ 90 ਦਾ ਐਂਗਲ ਆ ਜਿਹੜਾ ਸਮਕੋਣ ਕਿੱਥੋਂ ਬਣ ਗਈ ਉਰੇ 90 ਦਾ ਐਂਗਲ ਆ ਗਿਆ ਤਾਂ ਕਿੰਨਾ ਬਣ ਗਿਆ ਜੀ 2 ਦਾ ਸਕੁਅਰ 4 ਪਲੱਸ 4 ਕਿੰਨਾ ਗਿਆ ਜੀ 8 √8 ਤਾਂ ਆਹ ਵਾਲੀ ਕਿੰਨੀ ਹੈਗੀ ਜੀ ਆਪਣੇ ਕੋਲੇ √8 ਆ ਗਈ ਜੀ ਠੀਕ ਹੈ ਜੀ ਤਾਂ ਹੁਣ ਆਪਾਂ ਨੇ ਇੱਕ ਆ ਹੋ ਗਈ ਤੇ ਆ ਕੀ ਕਰਨੀ ਆਪਣੇ ਫਾਈਂਡ ਕਰਨੀ ਹੈ ਤਾਂ ਕਿਹੜੀ ਫਾਈਂਡ ਕਰਨੀ ਹੈ ਜੀ ਆਹ ਵਾਲੀ ਤਾਂ ਇਹਦਾ ਸਕੁਅਰ ਬਰਾਬਰ 1 ਦਾ ਸਕੁਅਰ ਪਲੱਸ √8 ਦਾ ਸਕੁਅਰ ਤਾਂ ਇਸ ਤੋਂ ਬਾਅਦ ਕਿੰਨੀ ਹੋਗੀ ਜੀ 1 ਪਲੱਸ √8 √8 ਸਕੁਅਰ ਵਾਲਾ ਕੱਟ ਗਿਆ ਜੀ 8 ਕਿੰਨੀ ਹੋਗੀ ਜੀ 9 ਤਾਂ ਇੱਧਰ ਜਾ ਕੇ ਇਹਦਾ √ ਹੋ ਗਿਆ ਜੀ ਕਿੰਨੀ ਰਹੀ 3 ਤਾਂ ਕਿੰਨੀ ਹੈ ਜੀ 3 ਕਿਲੋਮੀਟਰ ਹੈ ਕਿਹੜੀ ਡਾਇਰੈਕਸ਼ਨ 'ਚ ਜੀ ਆਪਾਂ ਨੇ ਐਰੋ ਲਾ ਕੇ ਇੱਥੋਂ ਦੇਖੋ ਕਿਹੜੀ ਡਾਇਰੈਕਸ਼ਨ 'ਚ ਬਣਦੇ ਜੀ ਨਾਰਥ ਈਸਟ ਉੱਤਰ ਪੂਰਬ ਤਾਂ ਮੇਰਾ ਆਨਸਰ ਕਿੰਨਾ ਹੈ ਜੀ 3 ਕਿਲੋਮੀਟਰ ਨਾਰਥ ਈਸਟ ਠੀਕ ਹੈ ਜੀ ਹੁਣ ਜਿਹੜਾ ਆਹ ਵਾਲਾ ਸਵਾਲ ਲੈ ਕੇ ਆਂਦਾ ਇਹਦੇ ਵਿੱਚ ਇੱਕ ਲੌਜੀਕ ਹੋਰ ਨਵਾਂ ਦੱਸਾਂਗੇ ਇਹਦੇ ਵਿੱਚ ਕੀ ਲੌਜੀਕ ਹੈ ਜੀ ਠੀਕ ਹੈ ਹਰ ਇੱਕ ਸਵਾਲ ਹੈ ਜੀ ਅਲੱਗ-ਅਲੱਗ ਲੌਜੀਕ ਦੇ ਨਾਲ ਕੀ ਕੀਤੇ ਜੇ ਆਪਾਂ ਸੋਲਵ ਕੀਤੇ ਆ ਕਹਿੰਦਾ ਇਹ ਪਰਸਨ 5 ਕਿਲੋਮੀਟਰ ਟੂਵਰਡਸ ਈਸਟ ਇਹ ਪਰਸਨ ਵਾਕਸ 5 ਕਿਲੋਮੀਟਰ ਟੂਵਰਡਸ ਈਸਟ ਕੋਈ ਵਿਅਕਤੀ ਹੈ ਜੀ 5 ਕਿਲੋਮੀਟਰ ਉਹ ਕਿੱਧਰ ਨੂੰ ਗਿਆ ਜੀ ਈਸਟ ਮਤਲਬ ਪੂਰਬ 5 ਕਿਲੋਮੀਟਰ ਹੁਣ he turns to his right sorry एक मिनट स्टार्ट करिए सवाल नीचे नहीं 5 किलोमीटर किधर ਨੂੰ ਗਿਆ ਜੀ ਠੀਕ ਹੈ ਜੀ ਐਂਡ ਟੂ ਹਿਸ ਰਾਈਟ ਹੁਣ ਉਹਨੇ ਕੀ ਕੀਤਾ ਜੀ ਈਸਟ ਵੱਲ ਨੂੰ ਕੀ ਹੋ ਗਿਆ ਜੀ ਵਗ ਗਿਆ ਉਹ ਈਸਟ ਵੱਲ ਨੂੰ ਵਗ ਗਿਆ ਤੇ ਟੂ ਹਿਸ ਰਾਈਟ
ਉਹਨੇ ਕੀ ਕੀਤਾ ਜੀ ਆਪਦਾ ਰਾਈਟ ਮੁੜਿਆ, ਮਤਲਬ ਇਹਦਾ ਈਸਟ ਦਾ ਰਾਈਟ ਕੀ ਹੈ ਜੀ ਸਾਊਥ ਵੱਲ ਨੂੰ ਹੋਏਗਾ ਨਾ, ਕਿਉਂਕਿ ਇਹਦਾ ਜਿਹੜਾ ਜੀ ਕਲੌਕਵਾਈਜ਼ ਹੈ, ਕਲੌਕਵਾਈਜ਼ ਹੀ ਰਾਈਟ ਹੋਊਗਾ। ਠੀਕ ਹੈ ਜੀ, ਤਾਂ ਐਟ ਐਨ ਐਂਗਲ ਆਫ 135 ਡਿਗਰੀ। ਤਾਂ ਹੁਣ ਜਿਹੜੇ ਦਾ 135 ਡਿਗਰੀ ਹੈ, 90 ਦਾ ਕੀ ਹੈ ਜੀ ਆਹ ਵਾਲਾ ਹੋ ਗਿਆ, ਤੇ 45 ਕੀ ਹੈ ਜੀ ਆਹ ਵਾਲਾ ਹੋ ਗਿਆ। ਠੀਕ ਹੈ ਜੀ, ਤਾਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਵਗ ਗਿਆ ਜੀ ਸਾਊਥ ਵੈਸਟ ਦੇ ਵਿੱਚ ਨੂੰ। ਤਾਂ ਕਿੱਧਰ ਨੂੰ ਵਗ ਗਿਆ ਜੀ ਸਾਊਥ ਵੈਸਟ, ਕਿੱਧਰ ਨੂੰ ਵਗ ਗਿਆ ਜੀ ਸਾਊਥ ਵੈਸਟ। ਠੀਕ ਹੈ ਜੀ, ਐਂਡ ਵਾਕਸ 5√2 ਕਿਲੋਮੀਟਰ। ਤਾਂ ਕਿੰਨਾ ਬਣ ਗਿਆ ਜੀ ਉਹ 5√2 ਕਿਲੋਮੀਟਰ ਉਹਨੇ ਵਾਕ ਕੀਤੀ ਹੈ। ਐਂਡ ਫਾਈਨਲੀ ਟਰਨਸ ਟੂ ਨਾਰਥ। ਹੁਣ ਆਪਣੇ ਕੋਲੇ ਕੀ ਆ, ਆਪਣਾ ਜਿਹੜਾ ਮੇਨ ਮੁੱਦਾ ਆਪਣੇ ਕੋਲੇ ਕੀ ਹੈ ਜੀ, ਚਲੋ 5 ਹੁੰਦਾ ਤਾਂ ਆਪਾਂ ਕੰਸੀਡਰ ਕਰ ਲੈਂਦੇ, ਅਗਲੀ ਲੈਂਥ ਵੀ ਹੁੰਦੀ, ਬਟ ਹੁਣ ਨਾਲ ਕੀ ਹੈ ਜੀ √2। ਹੁਣ ਆਪਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਅੱਗੇ ਜਾਣਾ ਪਿੱਛੇ ਜਾਣਾ ਕਿੰਨਾ ਹੋਣਾ, ਇਹ ਆਪਾਂ ਨੇ ਇੱਕ ਲੌਜੀਕ ਇਹ ਵਾਲਾ ਦੇਖਣਾ ਹੋਵੇ। ਠੀਕ ਹੈ ਜੀ, ਤੇ ਇੱਕ ਵਾਰੀ ਠੀਕ ਹੈ, ਤਾਂ ਹੁਣ ਤੇ ਦੇਖੀਏ, ਚਲੋ ਆਪਾਂ ਇੱਥੇ ਕਿੰਨੇ ਦੇ ਬਣ ਗਏ, ਆਹ ਐਂਗਲ ਕਿੰਨੇ ਦਾ ਹੋ ਗਿਆ ਜੀ 90 ਦਾ, ਇੱਥੋਂ ਕਿੰਨੇ ਦਾ ਟਰਨ ਕਰੇ ਸੀ ਉਹਨੇ ਜੀ 135 ਤੇ, ਆਪਾਂ ਨੂੰ ਪਤਾ ਟੋਟਲ ਐਂਗਲ ਕਿੰਨੇ ਦਾ ਹੁੰਦਾ ਜੀ ਇੱਕ ਲਾਈਨ ਦੇ ਉੱਤੇ 180 ਦਾ, ਪਿੱਛੋਂ ਆ ਕਿੰਨਾ ਬਚ ਗਿਆ ਜੀ 45 ਦਾ, ਆ ਕਿੰਨਾ ਗਿਆ ਸੀ ਉਹ 5 ਗਿਆ ਸੀਗਾ ਜੀ ਇਹ। ਠੀਕ ਹੈ ਜੀ, ਤਾਂ ਇਹ ਕਿੰਨਾ ਗਿਆ ਜੀ ਉਹ 5 ਗਿਆ। ਤਾਂ ਇਸ ਤੋਂ ਬਾਅਦ ਹੁਣ ਆ 90 ਦਾ ਆ 45 ਦਾ, ਜਦੋਂ ਆਪਣੇ ਕੋਲੇ ਤੇ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ, ਇਹ ਆਪਾਂ ਨੂੰ ਕੀ ਪਤਾ ਹੈ। ਆ 90 ਹੋ ਗਿਆ, ਆ 45 ਹੋ ਗਿਆ, ਤਾਂ ਆ ਕਿੰਨਾ ਰਹਿ ਗਿਆ ਜੀ 45 ਹੀ ਰਹਿ ਜਾਣਾ। ਜਦੋਂ ਤ੍ਰਿਕੋਣ ਦੇ ਵਿੱਚ ਕੋਈ ਦੋ ਐਂਗਲ ਬਰਾਬਰ ਹੋ ਜਾਣ ਤਾਂ ਉਹਨਾਂ ਦੇ ਸਾਹਮਣੇ ਵਾਲੀ ਦੂਰੀ ਵੀ ਕੀ ਹੁੰਦੀ ਹੈ ਬਰਾਬਰ ਹੁੰਦੀ ਹੈ। ਇਹਦੇ ਸਾਹਮਣੇ ਵਾਲੀ ਦੂਰੀ ਕਿੰਨੀ ਹੈ 5 ਹੈ, ਤਾਂ ਇਹਦੇ ਸਾਹਮਣੇ ਵਾਲੀ ਵੀ ਕਿੰਨੀ ਹੋਵੇਗੀ 5, ਤਾਂ ਆ ਵੀ ਕਿੰਨੀ ਹੋਗੀ ਜੀ ਹੁਣ 5 ਹੋ ਗਈ ਨਾ, ਤੇ ਆ ਕਿੰਨੀ ਹੈਗੀ 5√2। ਹੁਣ ਠੀਕ ਹੈ ਜੀ, ਇਹ ਕਿੰਨੀ ਹੁੰਦੀ ਜਿਹਦਾ √2 ਆ ਜਾਂਦੀ ਹੈ ਨਾਲ। ਜੇ ਸੋਲਵ ਕਰਕੇ ਦੇਖਣੀ ਹੈ ਉਹ ਵੀ ਆਪਾਂ ਦੇਖ ਸਕਦੇ ਹਾਂ, ਕਰਨ ਕੱਢਣਾ 25 + 25 ਕਿੰਨੀ ਹੈਗੀ ਜੀ 50। ਤੈਨੂੰ ਕੀ ਲਿਖ ਸਕਦਾ ਮੈਂ 5 × 5 × 2, ਤਾਂ 5√2। ਜਦੋਂ ਇਧਰੋਂ √ ਆਉਗੇ ਤੇ ਠੀਕ ਹੈ ਜੀ, ਤਾਂ ਇਹ ਵਾਲੀ ਚੀਜ਼ ਕੀ ਆਪਣੇ ਕੋਲੇ 5√2। ਠੀਕ ਹੈ, ਤਾਂ ਹੁਣ ਆਪਣੇ ਕੋਲ ਕੀ ਚੀਜ਼ ਸੀਗੀ, ਆਪਣੇ ਕੋਲੇ ਕੀ ਸੀਗਾ ਜੀ ਹਾਊ ਫਾਰ। ਤਾਂ ਫਿਰ ਇੱਕ ਵਾਰ ਕੀ ਕਰਦਾ ਜੀ ਐਂਡ ਫਾਈਨਲੀ ਟਰਨਸ ਟੂ ਨਾਰਥ। ਤਾਂ ਫਿਰ ਕੀ ਜੀ ਨਾਰਥ ਵੱਲ ਨੂੰ ਜਾਂਦਾ ਬਾਕਸ 2 ਕਿਲੋਮੀਟਰ। ਤਾਂ ਨਾਰਥ ਵੱਲ ਨੂੰ ਕਿੰਨਾ ਜਾਂਦਾ ਜੀ ਉਹ 2 ਕਿਲੋਮੀਟਰ। ਨਾਰਥ ਵੱਲ ਨੂੰ ਕਿੰਨਾ ਦਾ 2 ਕਿਲੋਮੀਟਰ। ਨਾਓ ਹਾਊ ਫਾਰ ਐਂਡ ਫਾਈਂਡ ਫਾਰ ਐਂਡ ਇਨ ਵਿਚ ਡਾਇਰੈਕਸ਼ਨ ਹੀ ਫਰੋਮ ਸਟਾਰਟਿੰਗ ਪੁਆਇੰਟ। ਇੱਥੋਂ ਲੈ ਕੇ ਇੱਥੋਂ ਤੱਕ ਦੀ ਟੋਟਲ ਦੂਰੀ ਆਪਣੇ ਕੋਲ ਕਿੰਨੀ ਦਿੱਤੀ ਹੋਈ ਹੈ ਜੀ 5 ਕਿਲੋਮੀਟਰ ਦਿੱਤੀ ਹੋਈ ਹੈ। ਉਹਦੇ ਵਿੱਚ 2 ਆ ਗਿਆ ਤਾਂ ਪਿੱਛੇ ਕਿੰਨੀ ਬਚ ਗਈ ਜੀ 3। 5 2 ਗਿਆ 3, ਤਾਂ ਪਿੱਛੇ ਆਪਣੇ ਕੋਲ ਕਿੰਨੀ ਹੈਗੀ ਜੀ 3 ਕਿਲੋਮੀਟਰ ਹੈਗੀ। ਠੀਕ ਹੈ, ਤਾਂ ਹੁਣ ਜਿਹੜਾ ਆਪਣਾ ਆਨਸਰ ਹੈ ਉਹ ਕਿੰਨਾ ਬਣਦਾ ਜੀ 3 ਕਿਲੋਮੀਟਰ। ਤਾਂ ਸਟਾਰਟਿੰਗ ਪੁਆਇੰਟ ਤੋਂ ਕਿੱਧਰ ਦਾ ਜੀ ਨੀਚੇ ਨੂੰ ਆ ਰਿਹਾ, ਸਟਾਰਟਿੰਗ ਪੁਆਇੰਟ ਤੋਂ ਕੀ ਜੀ ਨੀਚੇ ਨੂੰ ਆ ਰਿਹਾ, ਤਾਂ ਸਟਾਰਟ ਪੁਆਇੰਟ ਦੇ ਨੀਚੇ ਨੂੰ ਕੀ ਹੈ ਸਾਊਥ। ਆਪਣਾ ਆਨਸਰ ਕਿੰਨਾ ਹੈ ਜੀ 3 ਕਿਲੋਮੀਟਰ ਸਾਊਥ, 3 ਕਿਲੋਮੀਟਰ ਦੱਖਣ। ਠੀਕ ਹੈ ਜੀ, ਇਹ ਸੀਗੇ ਜੀ ਆਪਣੀ ਅੱਜ ਦੀ ਟਾਈਪ 4। ਤਾਂ ਅੱਗੇ ਆਪਾਂ ਕਰਨੀ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਜੀ ਟਾਈਪ 6। ਜਿਵੇਂ ਤੁਹਾਨੂੰ ਅਸੀਂ ਟਾਈਮ ਟੇਬਲ ਦੇ ਮੁਤਾਬਕ ਦੱਸਿਆ ਸੀਗਾ, ਸੌਰੀ ਟਾਈਪ 5 ਕਰਾਂਗੇ। ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਸੀਗਾ ਵੀ ਆਪਣੀ ਜਿਹੜੀ ਡਾਇਰੈਕਸ਼ਨ ਦੀ ਵੀਡੀਓ ਆ ਸਵੇਰ 8 ਵਜੇ ਅਪਲੋਡ ਹੁੰਦੀ ਹੈ, ਤਾਂ ਸਵੇਰ 8 ਵਜੇ ਸਾਡੀ ਡਾਇਰੈਕਸ਼ਨ ਦੀ ਜਿਹੜੀ ਵੀਡੀਓ ਹੈ ਉਹਨੂੰ ਦੇਖਣਾ ਜ਼ਰੂਰ। ਤਾਂ ਹੁਣ ਅਸੀਂ ਤਾਂ ਜਿਹੜੇ ਸੀਡੀ ਜੀ ਇਹ ਸੀਗੀ 6 ਜਿਹੜੇ ਅਸੀਂ ਅਲੱਗ-ਅਲੱਗ ਟਾਈਪ ਦੇ ਸੀ ਕੀ ਕਰੇ ਜੀ 6 ਸਮ ਕਰੇ। ਤਾਂ ਹੁਣ ਅਸੀਂ ਤਾਂ ਜੋ ਤੁਸੀਂ ਕੀ ਕੰਮ ਕਰਨਾ ਜੀ, ਹੁਣ ਜਿਹੜੀ ਸਾਡੀ ਵੀਡੀਓ ਡਾਇਰੈਕਸ਼ਨ ਦੀ ਵਿਕਾਸੇ ਦੀ ਵੀ ਹੈ ਇਹ ਵੀਡੀਓ ਹਨਾ ਤੁਸੀਂ ਕੀ ਕਰਨੀ ਜੀ ਲੋੜਵੰਦਾਂ ਨੂੰ ਭੇਜਣੀ ਆ, ਤਾਂ ਜੋ ਲੋੜਵੰਦ ਸਾਡੇ ਇਸ ਚੈਨਲ ਤੋਂ ਜ਼ਿਆਦਾ ਕੀ ਕਰ ਸਕਣ ਜੀ ਆਪਣਾ ਫਾਇਦਾ ਉਠਾ ਸਕਣ। ਹੁਣ ਅਸੀਂ ਉਮੀਦ ਹੈ ਕਿ ਤੁਸੀਂ ਜਿਹੜਾ ਸਾਡਾ ਚੈਨਲ ਹੈ ਉਹਨੂੰ ਸਾਡੇ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋਗੇ ਅਤੇ ਸਾਡੀ ਇਸ ਜਿਹੜੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਲਾਈਕ ਕਰਨਾ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।